मुल्क का सिस्टम जिहड़ा एक फिल्म बर्दाश्त नहीं कर सकता ते ये मुल्क भाई जसवंत सिंह खालड़ा नूं किवें बर्दाश्त कर लैंदा। भाई जसवंत सिंह खालड़ा जिहड़ा है ਉਹਨੂੰ ਚਾਹੁੰਦੇ जी ਇਹ ਇਸੇ ਕਰਕੇ नहीं बर्दाश्त कर सके क्योंकि ਉਹਦੀ फोटो तो भी ਉਹਦੀ फिल्म तो भी डर लगदा। ਸਾਡੀ ਕੌਮ ਨੂੰ नहीं एहसास जिन्ना दुश्मन ਨੂੰ एहसास आ कि ਇਹ ਜਿਹੜੀ ਸ਼ਖਸੀਅਤ ਆ ਇਹਦਾ ਐਕਸ਼ਨ ਇਹਦਾ ਕਾਰਨਾਮਾ ਕਿੱਡਾ ਵੱਡਾ। लगता यही है कि इन्होंने सिस्टम के वजों जिहड़ा पूरी तरह एक लकीर खिच दी गई है कि जे फिल्म चलाई तां तुहानूं भाई खालड़े वाली तुहाडे नाल करांगे। एक पासे इंडियन स्टेट सारे संसार दे विच अपने आप नूं मनुखी हक्कां दा राखा ते बड़ी सिविलाइज्ड ते साਊ जी बन के दिखा रही है। दूजे पासे ਇਹ भी गल इस सारे घटनाक्रम नाल नंगी हो गई कि ਇਹ ਤਾਂ एक फिल्म दी मार झल्लण जोगी नहीं। ਉਹ ਜਿਹੜੀ ਫਿਲਮ ਉੱਤੇ ਪਾਬੰਦੀ ਆ ਉਹਨੇ ਇਹ ਵੀ ਸਾਬਤ ਕਰਤਾ ਕਿ ਗੱਲ ਕੱਲੀ ਸਿੱਖਾਂ ਦੇ ਮਸਲੇ 'ਚ ਇਹ ਨਾ ਸੋਚਿਆ ਕਰੀਏ ਵੀ ਕਾਂਗਰਸ ਸਿੱਖਾਂ ਦਾ ਗੱਲ ਇਹ ਤਾਂ ਚਾਹੇ ਭਾਜਪਾ ਦੀ ਸਰਕਾਰ ਹੋਵੇ ਤੇ ਚਾਹੇ ਕਿਸੇ ਹੋਰ ਸਿਆਸੀ ਧਿਰ ਦੀ ਸਰਕਾਰ ਹੋਵੇ ਇਹ ਇਸ ਮੁਲਕ ਦਾ ਇਸ ਡੀਪ ਸਟੇਟ ਦਾ ਹਕੂਮਤ ਦਾ ਏਜੰਡਾ ਵਾ ਸਿੱਖਾਂ ਦੀ ਨਸਲਕੁਸ਼ੀ। ਉਹ ਡੀਪ ਸਟੇਟ ਨੇ ਇੱਕ ਤਰੀਕੇ ਨਾਲ ਦਲਜੀਤ ਦੋਸਾਂਝ ਨੂੰ ਸਾਰੇ ਕਲਾਕਾਰਾਂ ਨੂੰ ਗਾਇਕਾਂ ਨੂੰ ਜਾਂ ਜਿਹੜੇ ਵੀ ਚਿਹਰੇ ਦੁਨੀਆ ਦੇ ਵਿੱਚ ਜਾਣੇ ਜਾਂਦੇ ਆ ਪੰਜਾਬ ਤੋਂ ਜਾਂ ਪੰਥ ਤੋਂ ਉਹਨਾਂ ਨੂੰ ਸੁਨੇਹਾ ਲਾਤਾ ਕਿ ਜੇ ਤਾਂ ਤੁਸੀਂ ਚਮਕੀਲੇ ਵਾਲੇ ਕੰਮ ਕਰੋਗੇ ਚਮਕੀਲਾ ਵਰਗੀਆਂ ਫਿਲਮਾਂ ਕਰੋਗੇ ਫਿਰ ਕੋਈ ਗੱਲ ਨਹੀਂ ਪਰ ਜੇ ਤੁਸੀਂ ਇੱਕ ਜਜ਼ਬਾਤ ਦੇ ਹਿਸਾਬ ਨਾਲ ਚੱਲਣ ਚਲਾਉਣ ਦੀ ਗੱਲ ਸੋਚੀ ਫਿਰ ਤੁਹਾਡੇ ਨਾਲ ਆਹੀ ਕਰਾਂਗੇ ਜਿਹੜੀ ਖਾਲੜਾ ਵਾਲੀ ਫਿਲਮ ਨਾ ਹੋਈ ਆ। ਚਾਹੁੰਦੇ ਆ ਵੀ ਇਸ ਮੁਲਕ ਦੇ ਵਿੱਚ ਇਹੋ ਜਿਹਾ ਮਾਹੌਲ ਬਣ ਜੇ ਕਿ ਹਰੇਕ ਸਿੱਖ ਸਪਸ਼ਟੀਕਰਨ ਦਿੰਦਾ ਫਿਰੇ ਕਿ ਮੇਰੇ ਲਈ ਜੀ ਭਾਰਤ ਮਾਤਾ ਬੜੀ ਮਹਾਨ ਆ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੁਧਿਆਣੇ ਤੋਂ ਇੱਕ ਬੜੀ ਦਿਲ ਦੁਖੀ ਕਰਨ ਵਾਲੀ ਖਬਰ ਆਈ ਹੈ। ਕਿਸੇ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੀਆਂ ਕੁਝ ਬੱਚੀਆਂ ਉਹਨਾਂ ਉੱਤੇ ਇਹ ਦੋਸ਼ ਲੱਗਿਆ ਕਿ ਇਹਨਾਂ ਨੇ ਚੋਰੀ ਕੀਤੀ ਆ ਤੇ ਉਪਰੰਤ ਫੈਕਟਰੀ ਦੇ ਮਾਲਕ ਨੇ ਆਪਦੇ ਹੋਰ ਬੰਦਿਆਂ ਦੇ ਨਾਲ ਰਲ ਕੇ ਉਹਨਾਂ ਬੱਚੀਆਂ ਦਾ ਔਰਤਾਂ ਦਾ ਤੇ ਉਹਨਾਂ ਦੇ ਵਿੱਚੋਂ ਕਿਸੇ ਪਰਿਵਾਰ ਦੇ ਮਰਦ ਬੱਚੇ ਨੂੰ ਲੈ ਕੇ ਮੂੰਹ ਕਾਲਾ ਕਰਕੇ ਜਿਹੜਾ ਕਢਵਾਇਆ ਜਿਹਦੀ ਦੁਪਹਿਰੋਂ ਜਦੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਕਿਸੇ ਕੰਧ ਦੇ ਕਰਦੇ ਨੇ ਪਾਤੀ ਤੇ ਬਹੁਤ ਇਸ ਗੱਲ ਦੇ ਉੱਤੇ ਖਿਲਾਰਾ ਪੈਣਾ ਸੀ ਪਿਆ। ਜਿਹੜਾ ਇੱਥੇ ਵਿਮਨ ਕਮਿਸ਼ਨ ਔਰਤਾਂ ਦੇ ਰਾਖੀ ਲਈ ਕਮਿਸ਼ਨ ਬਣਿਆ ਉਹਨਾਂ ਵੱਲੋਂ ਪੁਲਿਸ ਵੱਲੋਂ ਆਮ ਜਥੇਬੰਦੀਆਂ ਵੱਲੋਂ ਲੋਕਾਂ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ। ਉਪਰੰਤ ਪਰਚਾ ਦਰਜ ਕਰਕੇ ਫੈਕਟਰੀ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੱਲ ਇੱਥੇ ਇਹ ਹੈ ਕਿ ਔਰਤ ਜਾਤੀ ਉੱਤੇ ਜਿਹੜਾ ਜ਼ੁਲਮ ਆ ਉਹ ਚਾਹੇ ਘਰ ਦੇ ਅੰਦਰ ਆ ਚਾਹੇ ਘਰ ਦੇ ਬਾਹਰ ਆ ਉਹ ਮਾੜਾ ਹੀ ਮਾੜਾ ਪਰ ਜੇਕਰ ਕਾਨੂੰਨ ਦਾ ਡਰ ਹੀ ਨਹੀਂ ਜੇਕਰ ਕਿਸੇ ਬੰਦੇ ਦੀ ਇਹ ਹਿੰਮਤ ਪੈਂਦੀ ਹੈ ਕਿ ਉਹ ਬੜੀ ਮੌਜ ਨਾਲ ਕਿਸੇ ਕੁੜੀ ਦੇ ਗਲ ਵਿੱਚ ਇਹ ਤਾਤੀ ਪਾ ਕੇ ਕਿ ਮੈਂ ਚੋਰ ਹਾਂ ਉਹਨੂੰ ਮੂੰਹ ਕਾਲਾ ਕਰਕੇ ਗੜੀ 'ਚ ਘੁਮਾਉਣ ਦੀ ਹਿੰਮਤ ਕਰਦਾ ਜੁਰਤ ਕਰਦਾ ਤਾਂ ਇੱਥੋਂ ਅੰਦਾਜ਼ਾ ਲਾ ਲਈਏ ਬਈ ਇੱਥੇ ਲੋਕਾਂ ਦੇ ਕਿੰਨਾ ਜ਼ਿਆਦਾ ਕਾਨੂੰਨ ਦਾ ਡਰ ਕਿੰਨਾ ਕੁ ਹੋ ਸਕਦਾ। ਗੱਲ ਚੇਤੇ ਆ ਰਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪੁਲਿਸ ਨੂੰ ਖੁੱਲੇ ਅਧਿਕਾਰ ਦਿੱਤੇ ਹੋਏ ਸੀ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਵਰਗੇ ਥਾਂ ਥਾਂ ਦੇ ਉੱਤੇ ਨਾਵਾਰਸ਼ ਲਾਸ਼ਾਂ ਦੀ ਪੈਰਵਾਈ ਕਰਦੇ ਫਿਰਦੇ ਸੀ। ਉਹਨਾਂ ਦਿਨਾਂ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਇੱਥੇ ਪੁਲਿਸ ਅਫਸਰਾਂ ਨੇ ਕੁਛ ਬੀਬੀਆਂ ਨੂੰ ਫੜਿਆ ਇੰਟਰੋਗੇਟ ਕੀਤਾ ਉਪਰੰਤ ਉਹਨਾਂ ਦੇ ਮੱਥੇ ਉੱਤੇ ਜਿਹੜਾ ਜਿਵੇਂ ਆਪਾਂ ਟੈਟੂ ਬਣਾਉਂਦੇ ਆ ਅੱਜ ਕਹਿ ਦਿੰਦੇ ਆ ਉਵੇਂ ਉਕਰਾ ਦਿੱਤਾ ਜੇਬ ਕਤਰੀ। ਉਹ ਬੀਬੀਆਂ ਆਬੇ ਇਲਾਕੇ ਦੇ ਵਿੱਚ ਪਿੰਡ ਨੇਗੇ ਉਹਨਾਂ ਦੇ ਬਾਅਦ ਵਿੱਚ ਇਹ ਮਸਲਾ ਬਹੁਤ ਵੱਡੇ ਪੱਧਰ ਤੇ ਉੱਭਰਿਆ। ਅਦਾਲਤਾਂ ਨੇ ਸਖਤੀ ਨਾਲ ਸੁਣਵਾਈ ਕੀਤੀ ਸਜ਼ਾਵਾਂ ਹੋਈਆਂ ਪਰ ਬੇਸ਼ੱਕ ਇਸ ਕੇਸ ਵਿੱਚ ਵੀ ਦੋਸ਼ੀਆਂ ਨੂੰ ਸਜ਼ਾਵਾਂ ਹੋ ਜਾਣ ਪਰ ਗੱਲ ਇਹ ਹੈ ਕਿ ਕਾਨੂੰਨ ਦਾ ਡਰ ਇਹ ਸਾਰਾ ਕੁਝ ਕਰਨ ਵਾਲੇ ਚਾਹੇ ਉਹ ਉਸ ਮੌਕੇ ਦੇ ਬੁੱਚੜ ਪੁਲਿਸ ਅਫਸਰ ਸੀ ਤੇ ਚਾਹੇ ਇਹ ਕੋਈ ਫੈਕਟਰੀ ਮਾਲਕ ਇਹ ਕਾਨੂੰਨ ਦਾ ਡਰ ਕਿਉਂ ਨਹੀਂ
ਕਿਉਂ ਨਹੀਂ ਲੋਕਾਂ ਨੂੰ ਲੱਗਦਾ ਕਿ ਜੇ ਅਸੀਂ ਇਸ ਔਰਤ ਉੱਤੇ ਇਹ ਜ਼ੁਲਮ ਕਰਾਂਗੇ ਤਾਂ ਇਹਦਾ ਸਾਨੂੰ ਨਤੀਜਾ ਭੁਗਤਣਾ ਪਊ। ਅਗਲੀ ਗੱਲ ਇਹ ਹੈ ਕਿ ਮੰਨ ਲੈਂਦੇ ਆ ਕਿ ਉਹਨਾਂ ਨੇ ਜਿਹੜੀਆਂ ਔਰਤਾਂ ਦੇ ਮੱਥੇ ਉੱਤੇ ਜੇਬ ਕਤਰੀ ਲਿਖਿਆ ਸੀ ਵਾਕਿਆ ਹੀ ਉਹ ਮਾੜਾ ਕਰਮ ਕਰਦੀਆਂ ਹੋਣ। ਇਹ ਵੀ ਮੰਨ ਲੈਂਦੇ ਆ ਕਿ ਫੈਕਟਰੀ ਮਾਲਕ ਨੇ ਜਿਨ੍ਹਾਂ ਕੁੜੀਆਂ ਉੱਤੇ ਇਹ ਸਾਰਾ ਕੁਝ ਕੀਤਾ ਉਹਨਾਂ ਨੇ ਜ਼ੁਲਮ ਕੀਤਾ ਹੋ, ਪਰ ਕਾਨੂੰਨ ਅਨੁਸਾਰ ਕਾਰਵਾਈ ਜਿਹੜੀ ਆ ਉਹ ਕਰਵਾਉਣ ਦੀ ਥਾਂ ਲੋਕਾਂ ਨੂੰ ਕਿਉਂ ਲੱਗਿਆ ਕਿ ਅਸੀਂ ਆਪਦੇ ਹੱਥ ਵਿੱਚ ਕਾਨੂੰਨ ਲਈਏ ਤੇ ਆਪ ਹੀ ਕਾਰਵਾਈ ਕਰੀਏ। ਖੈਰ ਇਹ ਜਿਹੜਾ ਮਸਲਾ ਅੱਜ ਜਦੋਂ ਲੋਕਾਂ ਨੇ ਇਹ ਵੀਡੀਓ ਦੇਖੀ, ਸੋਸ਼ਲ ਮੀਡੀਆ ਦਾ ਜ਼ਮਾਨਾ, ਬਹੁਤ ਦਿਲ ਦੁਖੀ ਕਰਨ ਵਾਲੀ ਇਹ ਘਟਨਾ ਸੀ। ਪੁਲਿਸ ਨੇ ਪਰਚਾ ਦਰਜ ਕਰਕੇ ਦੱਸਦੇ ਆ ਕਿ ਫੈਕਟਰੀ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ। ਇੱਥੇ ਇੱਕ ਹੋਰ ਖਬਰ ਆਈ ਆ ਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕਾਗਜ਼ਾਂ ਦੇ ਵਿੱਚ ਇੱਕ ਪਿੰਡ ਜਾਲੀ ਖੜਾ ਕਰ ਲਿਆ ਜਿਹੜਾ ਹੈ ਨਹੀਂ ਧਰਤੀ ਉੱਤੇ, ਉਹ ਪਿੰਡ ਐਗਜ਼ਿਸਟ ਨਹੀਂ ਕਰਦਾ। ਪਰ ਡੀਸੀ ਫਿਰੋਜ਼ਪੁਰ ਨੇ ਹੁਣ ਜਦੋਂ ਜਾਂਚ ਦੇ ਹੁਕਮ ਦਿੱਤੇ ਆ, ਕਿਉਂਕਿ ਕਿਸੇ ਨੇ ਆਰਟੀਆਈ ਪਾ ਕੇ 45 ਲੱਖ ਦਾ ਘਪਲਾ ਵੀ ਇਹਨੂੰ ਜੀ 45 ਲੱਖ ਇਸ ਪਿੰਡ ਨੂੰ ਗ੍ਰਾਂਟ ਵੀ ਦੇ ਦਿੱਤੀ ਗਈ ਤੇ ਆਰਟੀਆਈ ਪਾਉਣ ਵਾਲੇ ਨੂੰ ਜਿਹੜੀਆਂ ਮਾਰਨ ਦੀਆਂ ਧਮਕੀਆਂ ਤੱਕ ਵੀ ਦਿੱਤੀਆਂ ਗਈਆਂ। ਪਰ ਇਹ ਗੱਲ ਜਿਹੜੇ ਅਫਸਰ ਨੇ ਜਾਂ ਬਿਊਰੋਕ੍ਰੇਸੀ ਦੇ ਵੱਡੇ ਥੰਮ ਨੇ ਉਹ ਜ਼ਰੂਰ ਇਸ ਵੱਡੇ ਕਾਂਡ ਨਾਲ ਜੁੜੇ ਹੋਣਗੇ। ਉਸ ਸੱਜਣ ਦਾ ਬਚਣਾ ਔਖਾ ਹੀ ਲੱਗਦਾ ਜਿਹਨੇ ਐਡਾ ਵੱਡਾ ਕਾਂਡ ਨੰਗਾ ਕੀਤਾ, ਕਿਉਂਕਿ ਇਹ ਜਿਹੜਾ ਲੱਖਾਂ ਦਾ ਘਪਲਾ 45 ਲੱਖ ਦਾ ਕੱਲਾ ਇਹਨਾਂ ਨਹੀਂ ਹੋਣਾ। ਇਸ ਪਿੰਡ ਦੇ ਨਾਂ ਤੇ ਪਤਾ ਨਹੀਂ ਕੀ ਕੁਛ ਜਿਹੜਾ ਹੈਗਾ ਉਹ ਬੀਤੇ ਦੌਰ ਵਿੱਚ ਜਿਹੜਾ ਕੀਤਾ ਗਿਆ। ਤੋ ਇਹ ਤਾਂ ਇਸ ਮੁਲਕ ਦੇ ਸਿਸਟਮ ਦੀਆਂ ਗੱਲਾਂ ਨੇ। ਇਹ ਮੁਲਕ ਦਾ ਸਿਸਟਮ ਜਿਹੜਾ ਇੱਕ ਫਿਲਮ ਬਰਦਾਸ਼ਤ ਨਹੀਂ ਕਰ ਸਕਦਾ ਕਿ ਇਸ ਫਿਲਮ ਦੇ ਵਿੱਚ ਜਿਹੜਾ ਇਸ ਧਰਤੀ ਉੱਤੇ ਹੋਏ ਜ਼ੁਲਮ ਦੇ ਬਾਰੇ ਲੋਕਾਂ ਨੂੰ ਦੱਸਿਆ ਗਿਆ ਤੇ ਇਹ ਮੁਲਕ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਿਵੇਂ ਬਰਦਾਸ਼ਤ ਕਰ ਲੈਂਦਾ। ਤੋ ਭਾਈ ਜਸਵੰਤ ਸਿੰਘ ਖਾਲੜਾ ਜਿਹੜਾ ਹੈ ਉਹਨੂੰ ਚਾਹੁੰਦੇ ਜੀ ਇਹ ਇਸੇ ਕਰਕੇ ਨਹੀਂ ਬਰਦਾਸ਼ਤ ਕਰ ਸਕੇ ਕਿਉਂਕਿ ਉਹਦੀ ਫੋਟੋ ਤੋਂ ਵੀ, ਉਹਦੀ ਫਿਲਮ ਤੋਂ ਵੀ ਡਰ ਲੱਗਦਾ। ਵੈਸੇ ਵੀ ਇਸ ਸ਼ਖਸੀਅਤ ਬਾਰੇ ਬਹੁਤ ਕੰਮ ਹੋਏ। ਇੱਕ ਬੀਬੀ ਗੁਰਮੀਤ ਕੌਰ ਨੇ, ਸਾਡੇ ਭੈਣ ਜੀ ਬਾਹਰ ਵਸਦੇ ਆ, ਉਹਨਾਂ ਨੇ ਇੱਕ ਕਿਤਾਬ ਅੰਗਰੇਜ਼ੀ ਵਿੱਚ ਲਿਖੀ ਆ ਭਾਈ ਖਾਲੜੇ ਉੱਤੇ, ਪੰਜਾਬੀ ਚ ਵੀ ਆ। ਇਵੇਂ ਹੀ ਹੋਰ ਕਈ ਸੱਜਣਾ ਨੇ ਇਸ ਮਸਲੇ ਤੇ ਕਿਤਾਬਾਂ ਲਿਖੀਆਂ ਨੇ ਇਸ ਵਿਸ਼ੇ ਉੱਤੇ। ਤੇ ਭਾਈ ਅਜਮੇਰ ਸਿੰਘ ਸਿੱਖ ਚਿੰਤਕ ਜਿਹੜੇ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਲ 1972-73 ਤੋਂ ਸੰਪਰਕ ਵਿੱਚ ਰਹੇ ਨੇ। ਦੋਨਾਂ ਨੇ ਇਕੱਠਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਰਲ ਮਿਲ ਕੇ ਕੀਤਾ। ਭਾਈ ਜਸਵੰਤ ਸਿੰਘ ਖਾਲੜਾ ਬਾਰੇ ਉਹਨਾਂ ਨੇ ਬਹੁਤ ਚੰਗੀ ਕਿਤਾਬ ਜਿਹੜੀ ਆ ਸਰਦਾਰ ਅਜਮੇਰ ਸਿੰਘ ਨੇ ਲਿਖੀ। ਮੈਂ ਵੀ ਆਪਦੇ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਦੇ ਬਾਰੇ ਲਿਖਿਆ, ਜਿਹੜੀ ਪੰਜਾਬ ਦਾ ਬੁੱਚੜ KPS ਗਿੱਲ ਮੇਰੀ ਕਿਤਾਬ ਸੀ, ਉਹਦੇ ਵਿੱਚ ਇੱਕ ਲੰਬਾ ਚੌੜਾ ਲੇਖ ਜਿਹੜਾ ਸੀਗਾ ਇਸ ਸ਼ਖਸੀਅਤ ਬਾਰੇ ਲਿਖਿਆ ਸੀ। ਹੋਰ ਵੀ ਬਹੁਤ ਸਾਰਿਆਂ ਨੇ ਲਿਖਿਆ, ਪਰ ਭਾਈ ਜਸਵੰਤ ਸਿੰਘ ਖਾਲੜਾ ਦੇ ਬਾਰੇ ਜਿਹੜਾ ਕੁਝ ਅਸੀਂ ਸਾਰਿਆਂ ਨੇ ਲਿਖਿਆ ਉਹ ਕਿਉਂਕਿ ਕਿਤਾਬਾਂ ਪੜ੍ਹਨ ਦਾ ਅੱਜ ਦੇ ਲੋਕਾਂ ਕੋਲੇ ਟਾਈਮ ਨਹੀਂ, ਅੱਜ ਦੇ ਲੋਕਾਂ ਕੋਲੇ ਵਕਤ ਨਹੀਂ। ਅੱਜ ਤਾਂ ਸਾਡੇ ਭਰਾ ਕਹਿੰਦੇ ਆ ਤੇ ਸਾਡੇ ਕੋਲੇ ਜਿਹੜੀ ਆ YouTube ਦੇ ਉੱਤੇ ਐਡੀਆਂ ਤੁਸੀਂ ਇੰਟਰਵਿਊਆਂ ਕਰਦੇ ਹੋ, ਗੱਲਾਂ ਕਰਦੇ ਹੋ, ਇਹ ਵੀ ਸੁਣਨ ਲਈ ਟਾਈਮ ਨਹੀਂ ਹੈਗਾ। ਇੱਕ ਨਿੱਕੀ ਜਿਹੀ ਰੀਲ ਜਿਹੜੀ 1.5 ਸਕਿੰਟ ਦੀ ਆ, ਸਾਤੋਂ ਤਾਂ ਉਹ ਦੇਖਣੀ ਔਖੀ ਹੋਈ ਪਈ ਆ। ਉਹ ਜਦੋਂ ਕੌਮਾਂ ਦੇ ਵਿੱਚ ਇਹ ਵਰਤਾਰੇ ਚੱਲ ਰਹੇ ਹੋਣ ਕਿ ਜੀ ਕਿਤਾਬਾਂ ਪੜ੍ਹਨ ਦਾ ਟਾਈਮ ਨਹੀਂ, ਕੋਈ ਗੱਲ ਸੁਣਨ ਦਾ ਟਾਈਮ ਨਹੀਂ, ਇਹੋ ਜਿਹੇ ਵੇਲਿਆਂ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਵਾਲੀ ਫਿਲਮ ਜੇਕਰ ਅੱਜ ਵੀ ਉਹਦੇ ਬਾਰੇ ਸਟੇਟ ਨੂੰ ਇਹ ਪਤਾ ਵੀ ਜੇ ਉਹ ਸਿਨੇਮਾ 'ਚ ਲੱਗ ਗਈ ਜਾਂ ਉਹ ਨੈਟਫਲਿਕਸ ਦੇ ਉੱਤੇ OTT ਦੇ ਉੱਤੇ ਆ ਗਈ ਤੇ ਫਿਰ ਲੱਖਾਂ ਲੋਕ, ਕਰੋੜਾਂ ਲੋਕ, ਦੂਜੀਆਂ ਕੌਮਾਂ ਦੇ ਲੋਕ ਵੀ ਦੇਖਣਗੇ ਤੇ ਫਿਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਭਾਈ ਜਸਵੰਤ ਸਿੰਘ ਖਾਲੜਾ ਦਾ ਕੰਮ ਕਿੱਡਾ ਵੱਡਾ। ਸਾਡੀ ਕੌਮ ਨੂੰ ਨਹੀਂ ਅਹਿਸਾਸ ਜਿੰਨਾ ਦੁਸ਼ਮਣ ਨੂੰ ਅਹਿਸਾਸ ਆ ਕਿ ਇਹ ਜਿਹੜੀ ਸ਼ਖਸੀਅਤ ਆ, ਇਹਦਾ ਐਕਸ਼ਨ, ਇਹਦਾ ਕਾਰਨਾਮਾ ਕਿੱਡਾ ਵੱਡਾ। ਮੈਨੂੰ ਇਹੋ ਲੱਗਦਾ ਜਦੋਂ ਇਸ ਫਿਲਮ ਦੇ ਬਾਰੇ ਫਿਲਮ ਵਾਲੀ ਟੀਮ ਨੇ, ਦਲਜੀਤ ਦੋਸਾਂਝ ਨੇ ਜਾਂ ਜਿਹੜਾ ਹਨੀ ਤ੍ਰਿਹਣ ਜਿਹਨੇ ਇਸ ਫਿਲਮ ਦਾ ਸਾਰਾ ਕੰਮਕਾਰ ਜਿਨ੍ਹਾਂ ਨੇ ਕੀਤਾ, ਮੈਨੂੰ ਲੱਗਦਾ ਉਹਨਾਂ ਨੂੰ ਜਦੋਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਨਾ ਕਿ ਜੇ ਸਿਨੇਮਾ 'ਚ ਨਹੀਂ ਲੱਗਣ ਦਿੰਦੇ, ਕਹਿੰਦੇ 108 ਕੱਟ ਲਾਉਣੇ ਆ,
ਲੱਗਦਾ ਉਹਨਾਂ ਨੇ ਇਹ ਡਿਸਾਈਡ ਕਰ ਲਿਆ ਵੀ ਪੂਰੀ ਦੀ ਪੂਰੀ ਫਿਲਮ ਆਪਾਂ ਨੈਟਫਲਿਕਸ ਤੇ ਪਾ ਦਿੰਦੇ ਆ, ਕਿਉਂਕਿ ਹੁਣ ਇਹੀ ਚਰਚਾ ਚੱਲ ਰਹੀ ਸੀ। ਪਰ ਜਦੋਂ ਕੱਲ ਉਹਨਾਂ ਨੇ ਲਿਖਿਆ ਵੀ ਧੱਕਾ ਤੇ ਅਸੀਂ ਫਿਲਮ ਜਿਹੜੀ ਨਹੀਂ ਜਿਹੜੀ ਅੱਗੇ ਉਹ ਪਾਵਾਂਗੇ, ਅਗਲੀ ਤਰੀਕ ਆ ਜਿਹੜੀ ਅਜੇ ਉਹ ਵੀ ਚੱਜ ਹੱਲ ਨਾਲ ਸਪਸ਼ਟ ਨਹੀਂ ਹੈ। ਮੈਨੂੰ ਲੱਗਦਾ ਕਿ ਸ਼ਾਇਦ ਹੀ ਹੁਣ ਇਹ ਫਿਲਮ ਸ਼ਾਇਦ ਹੀ ਉਹ ਉੱਤੇ ਆਵੇ। ਮੈਨੂੰ ਲੱਗਦਾ ਕਿ ਜਿਵੇਂ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਸ਼ਹੀਦ ਕੀਤੇ ਗਏ ਨੇ, ਉਦੋਂ ਪਹਿਲਾਂ ਕਤਲ ਕਰਨ ਤੋਂ ਪਹਿਲਾਂ ਕਾਤਲ ਟੋਲੇ ਨੇ ਇੱਕ ਸੁਨੇਹਾ ਉਹਨਾਂ ਨੂੰ ਭੇਜਿਆ ਸੀ ਵੀ ਜਿੱਥੇ ਅਸੀਂ 25,000 ਲਾਸ਼ਾਂ ਦਾ ਹਿਸਾਬ ਦੇਣਾ, ਉੱਥੇ 25,001 ਦਾ ਦੇ ਲਾਂਗੇ, ਵਿੱਚ ਤੈਨੂੰ ਚੱਕ ਦਿਆਂਗੇ। ਖਾਲੜਾ ਸਾਹਿਬ ਨੂੰ ਇਹ ਜਿਹੜਾ ਇੱਕ ਤਰੀਕੇ ਨਾਲ ਧਮਕੀ ਆ ਜਿਹੜੀ ਉਹ ਦਿੱਤੀ ਸੀ, ਪਰ ਖਾਲੜਾ ਸਾਹਿਬ ਰੁਕੇ ਨਹੀਂ। ਨਤੀਜਾ ਇਹ ਨਿਕਲਿਆ ਕਿ ਉਹਨਾਂ ਨੂੰ ਚੁੱਕ ਕੇ ਗਾਇਬ ਕਰ ਦਿੱਤਾ। ਹੋ ਸਕਦਾ ਇਹੋ ਜਿਹੀ ਧਮਕੀ ਹੁਣ ਫਿਲਮ ਵਾਲੀ ਟੀਮ ਨੂੰ ਵੀ ਦੇਤੀ ਹੋਵੇ ਕਿ ਭਾਈ ਤੁਸੀਂ ਉਸ ਫਿਲਮ ਦੇ ਬਾਰੇ ਕੰਮ ਕਰਦਿਆਂ ਨੇ ਸੁਣ ਹੀ ਲਿਆ ਹੋਣਾ ਕਿ ਜਿੱਥੇ 25,000 ਦਾ ਹਿਸਾਬ ਦੇਣਾ, ਉੱਥੇ 25,001 ਦਾ ਦੇ ਦਿਆਂਗੇ। ਹੁਣ ਭਾਈ ਤੁਸੀਂ ਵੀ ਜਿਹੜੇ 5-4 ਜਾਣੇ ਫਿਲਮ ਦੇ ਮੋਢੀ ਬੰਦੇ ਹੋ, ਤਿਆਰੀ ਰੱਖੋ ਤੇ ਆਪਦੀ ਜਾਨ ਹਰੇਕ ਨੂੰ ਪਿਆਰੀ ਹੁੰਦੀ ਹੈ। तो ये बंदे मैनू लगता है कि फिल्म हुण शायद ही रिलीज करन, क्योंकि जिवें ऐसा एंड किया गया धक्का लैके उन्होंने पाता कोई गल दसी नहीं। लगता यही है कि इन्होंने सिस्टम के वजों जिहड़ा पूरी तरह एक लकीर खिंच दी गई है कि जे फिल्म चलाई तो तुहानूं भाई खालड़े वाली मुंडे नाल करांगे। तो इस गल दे नाल एक गल तां है कि इन्ने सालां बाद 1995 च ये शहादत हुई आ ते अज 2025 आ। इन्ने सालां बाद भी जेकर भाई खालड़े की जिहड़ी शख्सियत आ, ओहदा डर, ओहदी धौंस, ओहदी वहशत स्टेट नूं इन्ना ज्यादा टोंदी आ ते ओह इस स्टेट दा जिहड़ा फासी चेहरा सी, जुल्म वाला चेहरा सी, ओह एक बारी फेर नंगा हो। एक पासे इंडियन स्टेट सारे संसार दे विच अपने आप नूं मनुखी हक्कां दा राखा ते बड़ी सिविलाइज्ड ते साऊ जी बन के दिखा रही आ। दूजे पासे ਇਹ ਵੀ ਗੱਲ ਇਸ ਸਾਰੇ ਘਟਨਾਕ੍ਰਮ ਨਾਲ ਨੰਗੀ ਹੋ ਗਈ ਕਿ ਇਹ ਤਾਂ ਇੱਕ ਫਿਲਮ ਦੀ ਮਾਰ ਝੱਲਣ ਜੋਗੀ ਨਹੀਂ। ਇਹ ਜਿਹੜਾ ਇਹਨਾਂ ਨੇ ਨਕਾਬ ਪਾਇਆ ਹੋਇਆ ਉਹ ਸ਼ਰੇਆਮ ਲੰਕਾਰ ਕਰਦਾ ਇਸ ਫਿਲਮ ਦੇ ਆਉਣ ਨਾਲ। ਉਹ ਜਿਹੜੀ ਫਿਲਮ ਉੱਤੇ ਪਾਬੰਦੀ ਆ ਉਹਨੇ ਇਹ ਵੀ ਸਾਬਤ ਕਰਤਾ ਕਿ ਗੱਲ ਕੱਲੀ ਸਿੱਖਾਂ ਦੇ ਮਸਲੇ 'ਚ ਇਹ ਨਾ ਸੋਚਿਆ ਕਰੀਏ ਵੀ ਕਾਂਗਰਸ ਤੇ ਕਰ ਗੱਲ। ਇਹ ਤਾਂ ਚਾਹੇ ਭਾਜਪਾ ਦੀ ਸਰਕਾਰ ਹੋਵੇ ਤੇ ਚਾਹੇ ਕਿਸੇ ਹੋਰ ਸਿਆਸੀ ਧਿਰ ਦੀ ਸਰਕਾਰ ਹੋਵੇ, ਇਹ ਇਸ ਮੁਲਕ ਦਾ, ਇਸ ਡੀਪ ਸਟੇਟ ਦਾ, ਹਕੂਮਤ ਦਾ ਏਜੰਡਾ ਵਾ ਸਿੱਖਾਂ ਦੀ ਨਸਲਕੁਸ਼ੀ। ਇਹ ਕਿਸੇ ਖਾਸ ਪਾਰਟੀ ਜਾਂ ਖਾਸ ਆਗੂ ਤੱਕ ਗੱਲ ਨਹੀਂ ਹੈ। ਤੇ ਇਹ ਵੀ ਗੱਲ ਨੰਗੀ ਹੋ ਗਈ ਕਿ ਭਾਈ ਜੇ ਚਮਕੀਲੇ ਉੱਤੇ ਫਿਲਮ ਬਣਾਓ, ਦਲਜੀਤ ਦੋਸਾਂਝ ਤੁਸੀਂ ਚਮਕੀਲੇ ਉੱਤੇ ਫਿਲਮਾਂ ਬਣਾਓ ਜਿਹੜੀਆਂ ਲੋਕਾਂ ਨੂੰ, ਸਿੱਖ ਜਵਾਨੀ ਨੂੰ ਕਰਾਹੇ ਪਾ ਸਕਣ, ਅਯਾਸ਼ੀ ਤੇ ਬਦਮਾਸ਼ੀ ਦੇ ਰਾਹ ਤੋਰ ਸਕਣ, ਉਹਦਾ ਤੁਹਾਨੂੰ ਅਸੀਂ ਇਨਾਮ ਵੀ ਦੇਵਾਂਗੇ, ਖਰਚਾ ਵੀ ਦੇਵਾਂਗੇ ਜੇ ਇਹੋ ਜਿਹੀ ਫਿਲਮ ਹੋ। ਪਰ ਜੇ ਤੁਸੀਂ ਭਾਈ ਖਾਲੜੇ ਵਰਗੀ ਫਿਲਮ ਜਿਹੜੀ ਪੰਜਾਬ ਦੀ ਜਵਾਨੀ ਨੂੰ ਆਪਦੇ ਇਤਿਹਾਸ ਨਾਲ ਜੋੜ ਸਕਦੀ ਹੋਵੇ, ਜਿਹੜੀ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਦੱਸ ਸਕੇ ਕਿ ਤੁਹਾਡੇ ਨਾਲ ਕੀ ਵਾਪਰਿਆ, ਇਹੋ ਜਿਹੀ ਫਿਲਮ ਜਿਹੜੀ ਆ ਉਹ ਸਟੇਟ ਨੂੰ ਮਨਜ਼ੂਰ ਨਹੀਂ। ਜਦੋਂ ਚਮਕੀਲਾ ਫਿਲਮ ਆਈ ਤੇ ਉਸ ਤੋਂ ਬਾਅਦ ਵਿੱਚ ਦੁਨੀਆ ਭਰ ਦੇ ਵਿੱਚ ਦਿਲ ਮਨਾਤੀ, ਸ਼ਾਇਦ ਉਹਦਾ ਟਾਈਟਲ ਰੱਖਿਆ, ਇਹਨੇ ਦਲਜੀਤ ਦੋਸਾਂਝ ਨੇ ਸ਼ੋਅ ਕੀਤੇ ਆ, ਬੜਾ ਸਾਰੀ ਦੁਨੀਆ 'ਚ ਚਰਚਾ ਹੋਇਆ ਤੇ ਭਾਰਤ ਵਿੱਚ ਵੀ ਇਹਦੇ ਬੜੇ ਸ਼ੋਅ ਲੱਗੇ, ਕਾਮਯਾਬ ਹੋਏ। ਉਹ ਸਾਰੇ ਸੱਜਣਾ ਨੇ ਉਦੋਂ ਇਹ ਸੋਚਿਆ ਕਿ ਮੋਦੀ ਨੂੰ ਮਿਲ ਕੇ ਹੁਣ ਤਾਂ ਇਹ ਪੂਰੀ ਤਰ੍ਹਾਂ ਉਸ ਗੱਲ 'ਚ ਆ ਗਿਆ ਹੈ ਵੀ ਸ਼ਾਇਦ ਦਲਜੀਤ ਦੋਸਾਂਝ ਦੀ ਖਾਲੜਾ ਸਾਹਿਬ ਵਾਲੀ ਫਿਲਮ ਆ ਜਿਹੜੀ ਉਹਨੂੰ ਵੀ ਮਨਜ਼ੂਰੀ ਮਿਲ ਜਾਵੇ, ਜਿੰਨਾ ਜ਼ਿਆਦਾ ਇਹ ਮੋਦੀ ਨੂੰ ਮਿਲ ਕੇ ਜਾਂ ਇਹ ਸਾਰਾ ਕੁਝ ਕਰਕੇ, ਕਿਉਂਕਿ ਲੋਕਾਂ ਨੂੰ ਇਸ ਤਰੀਕੇ ਨਾਲ ਸੋਚਣਾ ਸੁਭਾਵਿਕ ਸੀ। ਪਰ ਕਮਾਲ ਦੀ ਗੱਲ ਇਹ ਹੋਈ ਆ ਕਿ ਜਿਵੇਂ ਫਿਲਮ ਦੇ ਨਾਲ ਇੰਡੀਅਨ ਸਟੇਟ ਨੇ ਕੀਤਾ, ਹੁਣ ਇਹ ਤੋਂ ਸਾਬਤ ਹੋ ਗਿਆ ਕਿ ਬੇਸ਼ੱਕ ਦੀ ਮੋਦੀ ਕੋਲੇ ਵੀ ਜਾਇਆ ਆ, ਬੇਸ਼ੱਕ ਦੀ ਇਸ ਮੁਲਕ ਦੇ ਵਿੱਚ ਖੜ ਕੇ ਤਿਰੰਗੇ ਚੱਕ ਕੇ ਜਾਂ ਮੰਦਰਾਂ 'ਚ ਜਾ ਕੇ ਹਿੰਦੂ ਜਜ਼ਬਾਤ ਨੂੰ ਸੰਤੁਸ਼ਟ ਕਰਨ ਲਈ ਦਲਜੀਤ ਦੋਸਾਂਝ ਨੇ ਬੜਾ ਕੁਝ ਕੀਤਾ। ਸਾਡੇ ਭਾਈਚਾਰੇ ਦੇ ਵਿੱਚੋਂ ਵੀ ਇਹਦੀ ਆਲੋਚਨਾ ਜਿਹੜੀ ਆ ਉਹ ਹੁੰਦੀ ਰਹੀ, ਪਰ ਫਿਲਮ ਵਾਲੇ ਮਸਲੇ ਤੇ ਭਾਰਤੀ ਸਟੇਟ ਨੇ ਦੱਸਤਾ ਕਿ ਜੋ ਤੂੰ ਮਰਜ਼ੀ ਕਰੀ ਕੁਰੀ ਜਾ, ਸਾਨੂੰ ਤੇਰੇ ਬਾਰੇ ਪਤਾ ਤੇ ਤੈਨੂੰ ਅਸੀਂ ਇਹ ਫਿਲਮ ਜਿਹੜੀ ਆ ਅਲਾਓ ਨਹੀਂ ਕਰਾਂਗੇ। ਉਹ ਡੀਪ ਸਟੇਟ ਨੇ ਇੱਕ ਤਰੀਕੇ ਨਾਲ
ਦਲਜੀਤ ਦੋਸਾਂਝ ਨੂੰ, ਸਾਰੇ ਕਲਾਕਾਰਾਂ ਨੂੰ, ਗਾਇਕਾਂ ਨੂੰ, ਜਾਂ ਜਿਹੜੇ ਵੀ ਚਿਹਰੇ ਦੁਨੀਆ ਦੇ ਵਿੱਚ ਜਾਣੇ ਜਾਂਦੇ ਆ ਪੰਜਾਬ ਤੋਂ ਜਾਂ ਪੰਥ ਤੋਂ, ਉਹਨਾਂ ਨੂੰ ਸੁਨੇਹਾ ਲਾਤਾ ਕਿ ਜੇ ਤਾਂ ਤੁਸੀਂ ਚਮਕੀਲੇ ਵਾਲੇ ਕੰਮ ਕਰੋਗੇ, ਚਮਕੀਲਾ ਵਰਗੀਆਂ ਫਿਲਮਾਂ ਕਰੋਗੇ, ਫਿਰ ਕੋਈ ਗੱਲ ਨਹੀਂ। ਪਰ ਜੇ ਤੁਸੀਂ ਸਿੱਖ ਜਜ਼ਬਾਤ ਦੇ ਹਿਸਾਬ ਨਾਲ ਚੱਲਣ ਚਲਾਉਣ ਦੀ ਗੱਲ ਸੋਚੀ, ਫਿਰ ਤੁਹਾਡੇ ਨਾਲ ਆਹੀ ਕਰਾਂਗੇ ਜਿਹੜੀ ਖਾਲੜਾ ਵਾਲੀ ਫਿਲਮ ਨਾਲ ਹੋਈ ਆ। ਜਾਣੀ ਕਿ ਕਲਾਕਾਰ ਜਮਾਤ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਕਿ ਸਿੱਖ ਜਵਾਨੀ ਨੂੰ ਅਯਾਸ਼ੀ ਤੇ ਬਦਮਾਸ਼ੀ ਦੇ ਰਾਹ ਤੋਰੋ, ਤੁਹਾਨੂੰ ਅਸੀਂ ਪੂਰੀ ਹਮਾਇਤ ਦੇਵਾਂਗੇ। ਪਰ ਜੇ ਇਹਨਾਂ ਨੂੰ ਪੰਥ ਪ੍ਰਸਤੀ ਵਾਲੇ ਪਾਸੇ ਤੋਰਨ ਵਾਲੀ ਗੱਲ ਸੋਚੀ, ਫਿਰ ਤੁਹਾਡੇ ਨਾਲ ਪੂਰੀ ਕਰਾਂ। ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖਾਂ ਨੂੰ ਘੇਰਨ ਦਾ ਤੇ ਘੂਰਨ ਦਾ ਜਿਹੜਾ ਏਜੰਡਾ ਉਹ ਹੋਰ ਜ਼ੋਰ ਫੜੂਗਾ। ਜਿਵੇਂ ਬੀਤੇ ਦਿਨਾਂ ਦੇ ਵਿੱਚ ਹੋਇਆ ਵੀ ਕਿਸੇ ਖਿਡਾਰੀ ਨੂੰ ਕਹਿਣ ਲੱਗ ਜਾਂਦੇ ਆ ਇਹ ਤਾਂ ਖਾਲਿਸਤਾਨੀ ਆ, ਇੱਕ ਪੁਲਿਸ ਅਫਸਰ ਸੀ ਕਲਕੱਤੇ ਵੱਲ, ਉਹਨੂੰ ਰੌਲਾ ਪਾ ਕੇ ਬਹਿ ਗਏ ਜੀ ਇਹ ਖਾਲਿਸਤਾਨੀ ਆ। ਤੇ ਇਵੇਂ ਹੀ ਇੱਕ ਗਾਇਕ ਸੀਗਾ, ਉਹਦਾ ਬੌਂਦੇ ਚ ਸ਼ੋਅ ਜਿਹੜਾ ਸੀ ਉਹ ਰੱਦ ਕਰਵਾਤਾ। ਤੋਂ ਇਸ ਤਰੀਕੇ ਨਾਲ ਚਾਹੁੰਦੇ ਆ ਵੀ ਇਸ ਮੁਲਕ ਦੇ ਵਿੱਚ ਇਹੋ ਜਿਹਾ ਮਾਹੌਲ ਬਣ ਜੇ ਕਿ ਹਰੇਕ ਸਿੱਖ ਸਪਸ਼ਟੀਕਰਨ ਦਿੰਦਾ ਫਿਰੇ ਕਿ ਮੇਰੇ ਲਈ ਜੀ ਭਾਰਤ ਮਾਤਾ ਬੜੀ ਮਹਾਨ ਆ। ਬੇਸ਼ੱਕ ਇਸ ਮੁਲਕ ਦੇ ਵਿੱਚ ਸਾਡੇ ਨਾਲ ਜੋ ਮਰਜ਼ੀ ਹੋਇਆ, ਸਾਡੇ ਤਖਤ ਢਾਹ ਦਿੱਤੇ ਗਏ, ਸਾਡੀ ਕੌਮ ਦੇ ਗਲਾਂ 'ਚ ਟੈਰ ਪਾ ਕੇ ਸਾਡੀਆਂ ਬੱਚੀਆਂ ਦੇ ਉੱਤੇ ਜ਼ੁਲਮ ਹੋਇਆ, ਸਾਨੂੰ ਜਲੀਲ ਕੀਤਾ, ਸਾਨੂੰ ਬੇਪਤ ਕੀਤਾ, ਪਰ ਅਸੀਂ ਇਸ ਮੁਲਕ ਦੇ ਉਲਟ ਹੋਣ ਦਾ ਜਾਂ ਇਸ ਮੁਲਕ ਤੋਂ ਵੱਖਰਾ ਹੋਣ ਦਾ ਕਦੇ ਸੋਚਾਂਗੇ ਨਹੀਂ। ਸਾਡੇ ਨਾਲ ਜੋ ਮਰਜ਼ੀ ਉੱਤੇ ਖਾਣੀ ਤੁਸੀਂ ਕਰ ਲਓ। ਵੀ ਇਹ ਮੁਲਕ ਇਸ ਤਰੀਕੇ ਨਾਲ ਚਾਹੁੰਦਾ ਕਿ ਸਿੱਖ ਇੱਥੇ ਲੈ ਕੇ ਆਉਣ, ਪਰ ਐਡਾ ਦਬਾਅ ਝੱਲਣ ਵਾਲੀ ਸਿੱਖ ਕੌਮ ਹੈ ਨਹੀਂ। ਇਸ ਕਰਕੇ ਉਹ ਸਮਾਂ ਆਏਗਾ, ਜਿੰਨਾ ਜ਼ਿਆਦਾ ਇਹ ਦਬਾਉਣਗੇ, ਕਲਾਕਾਰਾਂ ਵਿੱਚੋਂ ਕੋਈ ਕਲਾਕਾਰ ਉੱਠੇਗਾ, ਖਿਡਾਰੀਆਂ ਵਿੱਚੋਂ ਕੋਈ ਖਿਡਾਰੀ ਉੱਠੇਗਾ, ਹਰ ਖੇਤਰ ਦੇ ਵਿੱਚੋਂ ਕੋਈ ਨਾ ਕੋਈ ਉੱਠੇਗਾ ਜਿਹੜਾ ਲਲਕਾਰੇਗਾ, ਹੁੰਗਾਰੇਗਾ ਕਿ ਮੈਂ ਆਪਦੀ ਕੌਮ ਨਾਲ ਖੜਾ। ਬੇਸ਼ੱਕ ਮੈਂ ਪਤਨ, ਬੇਸ਼ੱਕ ਮੈਂ ਮਰਿਆਦਾ 'ਚ ਨਹੀਂ, ਬੇਸ਼ੱਕ ਮੈਂ ਬੜੀਆਂ ਘਾਟਾਂ ਤੇ ਕਮਜ਼ੋਰੀਆਂ ਵਾਲਾ ਵਾਂ, ਪਰ ਮੈਂ ਖਾਲਿਸਤਾਨ ਦਾ ਕੱਟੜ ਸਮਰਥਕ ਹਾਂ, ਕਰ ਲੋ ਕੀ ਕਰ। ਤੋ ਇਸ ਤਰੀਕੇ ਦਾ ਮਾਹੌਲ ਜਿਹੜਾ ਹੈਗਾ ਉਹ ਬਣਦਾ ਦਿਖ ਰਿਹਾ। ਗੱਲ ਇੱਥੇ ਫੇਰ ਬਾਦਲ ਦਲ ਦੀ ਛੇੜੀਏ। ਬੜੀ ਇਸ ਮੌਕੇ ਆਸ ਸੀ ਕਈ ਭਰਾਵਾਂ ਨੂੰ, ਕਈ ਸੱਜਣਾ ਨੇ ਇਹ ਗੱਲ ਆਖੀ ਹੈ ਕਿ ਜੀ ਬਾਦਲ ਦਲ ਵਾਲੇ ਕਿਉਂ ਨਹੀਂ ਫਿਲਮ ਦੀ ਹਮਾਇਤ ਕਰਦੇ। ਇਹਨਾਂ ਨੂੰ ਤਾਂ ਚਾਹੀਦਾ ਵੀ ਪੂਰਾ ਇਹ ਇਸ ਗੱਲ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਕਾਰਗੁਜ਼ਾਰੀ ਕਰਨ, ਕਿਉਂਕਿ ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹਨਾਂ ਦਾ ਜਿਹੜਾ ਕੁੱਸਿਆ ਹੋਇਆ ਵਕਾਰ, ਜਿਹੜਾ ਫੌ ਕੁੱਸਿਆ ਹੋਇਆ, ਸ਼ਾਇਦ ਉਹ ਮਿਲ ਜਾਵੇ। ਮੈਂ ਇਸ ਗੱਲ ਬਾਰੇ ਆਪਦੇ ਵੱਲੋਂ ਬਾਅਦ ਵਿੱਚ ਕਹਾਂ। ਪਹਿਲਾਂ ਮੈਂ ਸਰਦਾਰ ਗੁਰਬਚਨ ਸਿੰਘ ਜਿਹੜੇ ਜਲੰਧਰ ਤੋਂ ਇੱਕ ਮੈਗਜ਼ੀਨ ਦੇਸ਼ ਪੰਜਾਬ ਛਪਦਾ ਰਿਹਾ, ਉਹਨਾਂ ਨੇ ਕੁਝ ਸਾਲ ਪਹਿਲਾਂ 2019 ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਪੋਸਟ ਲਿਖੀ ਸੀ। ਹੁਣ ਤਾਂ ਉਹ ਚੜ੍ਹਾਈ ਕਰ ਗਏ। ਉਹ ਭਾਈ ਖਾਲੜਾ ਦੇ ਹਮਾਇਤੀ ਸੀ ਤੇ ਉਹ ਸਿਆਸੀ ਤੌਰ ਤੇ ਬਹੁਤ ਚੰਗੇ ਐਕਟਿਵਿਸਟ ਸੀ। ਉਹਨਾਂ ਵਰਗੇ ਬਹੁਤ ਸਾਰੇ ਹੋਰ ਭਰਾ ਜਿਹੜੇ ਨੇ ਸਾਤੋਂ ਵੱਡੇ, ਉਹ ਪੰਥ ਲਈ, ਪੰਜਾਬ ਲਈ ਹਮੇਸ਼ਾ ਸੋਚਦੇ ਰਹੇ ਨੇ, ਸੋਚਦੇ ਨੇ। ਉਹਨਾਂ ਨੇ ਸਰਦਾਰ ਗੁਰਬਚਨ ਸਿੰਘ ਜੀ ਨੇ ਜੋ ਲਿਖਿਆ ਸੀ ਉਹਦਾ ਸਰਲੇਖ ਵੀ ਹਿਲਾ ਦੇਣ ਵਾਲਾ। ਉਹਨਾਂ ਨੇ ਲਿਖਿਆ ਸੀ ਬਾਦਲ ਦੀ ਸਹਿਮਤੀ ਨਾਲ ਹੋਇਆ ਖਾਲੜੇ ਦਾ ਕਤਲ। ਉਹਨਾਂ ਨੇ ਲਿਖਿਆ ਸੀ ਕਿ 6 ਸਤੰਬਰ 1995 ਨੂੰ ਸਵੇਰੇ 10 ਵਜੇ ਮੈਨੂੰ ਅੰਮ੍ਰਿਤਸਰੋਂ ਫੋਨ ਆਇਆ ਕਿ ਭਾਈ ਜਸਵੰਤ ਸਿੰਘ ਖਾਲੜੇ ਨੂੰ ਪੁਲਿਸ ਨੇ ਘਰੋਂ ਚੱਕ ਲਿਆ। ਮੈਨੂੰ ਰੋਜ਼ਾਨਾ ਅਜੀਤ ਦੇ ਸਹਾਇਕ ਸੰਪਾਦਕ ਸਰਦਾਰ ਸਤਨਾਮ ਸਿੰਘ ਮਾਨਕ ਕੋਲੋਂ ਪਤਾ ਲੱਗਾ ਕਿ ਅੱਜ ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਪੁੱਛਣ ਤੇ ਪਤਾ ਲੱਗਾ ਕਿ ਇਹ ਮੀਟਿੰਗ ਸਕਾਈ ਡਾਰਕ ਹੋਟਲ ਵਿੱਚ, ਅਜੀਤ ਵੱਲੋਂ ਸਕਾਈ ਡਾਰਕ ਹੋਟਲ ਨੂੰ ਜਾਂਦਿਆਂ ਮੈਨੂੰ 12 ਕੋਲ ਜਿਹੜਾ ਹੈਗਾ ਸਕਾਈ ਡਾਰਕ ਹੋਟਲ ਵੱਲ ਪੈਦਲ ਤੁਰੇ ਜਾਂਦੇ ਜਥੇਦਾਰ ਕੁਲਦੀਪ ਸਿੰਘ ਬਡਾਲਾ ਮਿਲ। ਮੈਂ ਰੁਕ ਕੇ ਉਹਨਾਂ ਨੂੰ ਭਾਈ ਜਸਵੰਤ ਸਿੰਘ ਖਾਲੜਾ ਦੇ ਪੁਲਿਸ ਵੱਲੋਂ ਬਾਅਦ ਚੁੱਕੇ ਜਾਣ ਦੀ ਜਾਣਕਾਰੀ ਦਿੱਤੀ। ਸਕਾਈ ਡਾਰਕ ਹੋਟਲ ਪਹੁੰਚਣ ਦਾ ਮੈਨੂੰ ਕਹਿ ਕੇ ਉਹਨਾਂ ਨੇ ਦੱਸਿਆ ਕਿ ਸਰਦਾਰ ਬਾਦਲ ਆਏ ਹੋਏ ਨੇ, ਉਹਦੇ ਨਾਲ ਗੱਲ ਕਰਦੇ। ਜਦੋਂ ਮੈਂ ਸਕਾਈ ਡਾਰਕ ਹੋਟਲ ਪਹੁੰਚਿਆ ਤੇ ਹਾਲ ਵਿੱਚ ਗਿਆ ਤਾਂ ਉੱਥੇ ਮੈਨੂੰ ਜਥੇਦਾਰ ਗੁਰਚਰਨ ਸਿੰਘ ਟੌੜਾ ਵੀ ਬੈਠੇ ਨੇ। ਮੈਂ ਫਟਾਫਟ ਉਹਨਾਂ ਕੋਲ ਪਹੁੰਚ ਕੇ ਭਾਈ ਖਾਲੜੇ, ਭਾਈ ਜਸਵੰਤ ਸਿੰਘ ਖਾਲੜੇ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਕਿਹਾ ਜੇ ਅੱਜ ਇੱਥੇ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ
ਭਾਈ ਜਸਵੰਤ ਸਿੰਘ ਖਾਲੜੇ ਨੂੰ ਰਿਹਾ ਕਰਨ ਦਾ ਮਤਾ ਨਾ ਪਾਇਆ ਗਿਆ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੈ। ਜਥੇਦਾਰ ਟੌਹੜਾ ਨੇ ਮੈਨੂੰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਨ ਲਈ ਕਿਹਾ। ਸਰਦਾਰ ਬਾਦਲ ਸਭ ਤੋਂ ਅੱਗੇ ਬੈਠੇ ਹੋਏ ਸਨ। ਮੈਂ ਬਿਨਾਂ ਕਿਸੇ ਜਾਬਤੇ ਦੀ ਪਰਵਾਹ ਕੀਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚ ਕੇ ਉਹਨਾਂ ਨੂੰ ਭਾਈ ਖਾਲੜੇ ਦੇ ਪੁਲਿਸ ਵੱਲੋਂ ਚੁੱਕੇ ਜਾਣ ਦੀ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਅੱਜ ਇੱਥੇ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਭਾਈ ਖਾਲੜਾ ਦੀ ਰਿਹਾਈ ਲਈ ਮਤਾ ਪਾਸ ਕੀਤੇ ਬਗੈਰ ਉਹਨਾਂ ਦੀ ਜਾਨ ਨਹੀਂ ਬਚ ਸਕਦੀ। ਸਰਦਾਰ ਬਾਦਲ ਨੇ ਮੈਨੂੰ ਇਹ ਕਹਿ ਕੇ ਟਰਕਾ ਦਿੱਤਾ ਕਿ ਸਰਦਾਰ ਮੇਜਰ ਸਿੰਘ ਨੂੰ ਮੇਰੇ ਵੱਲੋਂ ਕਹਿ ਕੇ ਸਰਦਾਰ ਖਾਲੜਾ ਦੀ ਰਿਹਾਈ ਦੀ ਖਬਰ ਲਵਾ ਦੇ। ਮੈਂ ਕੁਝ ਤਲਖੀ ਭਰੇ ਲਹਿਜੇ ਵਿੱਚ ਬਾਦਲ ਸਾਹਿਬ ਨੂੰ ਇਹ ਵੀ ਕਿਹਾ ਕਿ ਇੰਨੀ ਕੁ ਖਬਰ ਤਾਂ ਮੈਂ ਆਪ ਵੀ ਲਵਾ ਸਕਦਾ ਸਾਂ। ਬੜੇ ਸਾਲਾਂ ਬਾਅਦ ਜਾ ਕੇ ਪਤਾ ਲੱਗਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੁੱਕ ਕੇ ਮਾਰ ਖਪਾਉਣ ਦੀ ਸਰਦਾਰ ਬਾਦਲ ਨੇ ਸਹਿਮਤੀ ਦਿੱਤੀ ਹੋਈ ਸੀ। ਇਹਦੀ ਪੁਸ਼ਟੀ ਉਕਤ ਸੱਚਾਈ ਵੀ ਕਰਦੀ ਹੈ ਕਿ ਜਥੇਦਾਰ ਟੌਹੜਾ ਅਤੇ ਜਥੇਦਾਰ ਬਡਾਲਾ ਦੀ ਮੰਗ ਕਰਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਉਸੇ ਦਿਨ ਹੋਈ ਮੀਟਿੰਗ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਰਿਹਾਈ ਲਈ ਮਤਾ ਪੇਸ਼ ਨਾ ਕੀਤਾ ਗਿਆ, ਜਦੋਂ ਕਿ ਭਾਈ ਜਸਵੰਤ ਸਿੰਘ ਖਾਲੜਾ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਸਨ। ਤੋਂ ਜਦੋਂ ਗੁਰਬਚਨ ਸਿੰਘ ਜੀ ਆਪਣੇ ਹੱਥੀਂ ਇਹ ਚੀਜ਼ ਲਿਖ ਗਏ ਨੇ ਕਿ ਜਦੋਂ ਭਾਈ ਖਾਲੜਾ ਨੂੰ ਚੱਕਿਆ ਸੀ, ਮੈਂ ਤਾਂ ਉਸੇ ਦਿਨ ਬਾਦਲ ਨੂੰ ਦੱਸਿਆ ਸੀ ਤੇ ਜੇ ਭਾਈ ਉਸ ਮੌਕੇ ਬਾਦਲ ਸਾਹਿਬ ਨੇ ਕੁਝ ਕੀਤਾ ਨਹੀਂ ਤੇ ਉਹਨਾਂ ਦੀ ਤਾਂ ਇੱਕ ਤਰੀਕੇ ਨਾਲ ਸਹਿਮਤੀ ਸੀ। ਸਭ ਨੂੰ ਸਾਰਿਆਂ ਨੂੰ ਹੀ ਪਤਾ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਸਟੇਟ ਜਿਹੜੀ ਆ, ਖਾਸ ਤੌਰ ਤੇ KPS ਗਿੱਲ ਬਹੁਤ ਔਖਾ ਆ ਕਿ ਆਏ ਦਿਨ ਪ੍ਰੈਸ ਕਾਨਫਰੰਸ ਕਰਕੇ ਭਾਈ ਜਸਵੰਤ ਸਿੰਘ ਖਾਲੜਾ ਸਾਰੇ ਜਿਹੜੇ ਸਬੂਤ ਨੇ ਉਹ ਜਨਤਕ ਕਰੀ ਜਾ ਰਹੇ ਆ ਤੇ ਇਸ ਗੱਲ ਦਾ ਸਾਰਿਆਂ ਨੂੰ ਹੀ ਪਤਾ ਸੀ ਕਿ ਹੁਣ ਜੇ ਹੱਥ ਲੱਗ ਗਿਆ ਭਾਈ ਖਾਲੜਾ ਤਾਂ ਉਹਨਾਂ ਨੂੰ ਖਤਮ ਕਰ ਦਿੱਤਾ ਜਾ ਸਕਦਾ ਹੈ। ਤੇ ਜੇਕਰ ਮਨ ਵਿੱਚ ਇਹ ਗੱਲ ਹੁੰਦੀ ਕਿ ਆਪਾਂ ਉਹਨੂੰ ਬਚਾਉਣਾ ਹੈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਾਜ਼ਮੀ ਤੌਰ ਤੇ ਉੱਥੇ ਕੋਈ ਕਾਰਵਾਈ ਕਰਦੇ, ਬੜਾ ਕੁਝ ਕੀਤਾ ਜਾ ਸਕਦਾ ਹੁੰਦਾ। ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਮਤਾ ਪਾਉਣ ਦੇ ਇਲਾਵਾ ਜੇ ਉੱਥੇ ਕੋਈ ਜਲੰਧਰ ਧਰਨਾ ਮੁਜ਼ਾਹਰਾ ਆਰਗੇਨਾਈਜ਼ ਕਰ ਲੈਂਦੇ ਤਾਂ ਵੀ ਦੁਨੀਆ ਭਰ ਚ ਖਿਲਾਰਾ ਪੈ ਜਾਣਾ ਸੀ ਤੇ ਸਰਕਾਰ ਨੂੰ ਮੌਕੇ ਤੇ ਛੱਡਣਾ ਪੈਣਾ ਸੀ। ਉਹ ਇਸ ਗੱਲ ਦੇ ਨਾਲ ਹੋਣ ਵਾਲਾ ਮਾਹੌਲ ਇਸ ਕਰਕੇ ਜੁੜਦਾ ਹੈ ਕਿ ਜਿਹੜੇ ਸੱਜਣ ਇਹ ਸੋਚਦੇ ਆ ਕਿ ਭਾਈ ਖਾਲੜੇ ਦੀ ਫਿਲਮ ਲਈ ਇਹ ਬਾਦਲ ਦਲ ਵਾਲੇ ਕਿਉਂ ਨਹੀਂ ਸਟੈਂਡ ਲੈਂਦੇ। ਭਾਈ ਇਹਨਾਂ ਨੇ ਤਾਂ ਖਾਲੜਾ ਸਾਹਿਬ ਦੇ ਜਿਉਂਦੇ ਜੀ ਜਦੋਂ ਉਹਨਾਂ ਨੂੰ ਕਤਲ ਕੀਤਾ ਜਾਣਾ ਸੀ ਉਦੋਂ ਸਟੈਂਡ ਨਹੀਂ ਲਿਆ, ਹੁਣ ਇਹਨਾਂ ਨੇ ਕੀ ਸਟੈਂਡ ਲੈਣਾ ਫਿਲਮ ਦੀ। ਇਹ ਤਾਂ ਮਾਘੀ ਵਾਲੇ ਮੇਲੇ ਮੌਕੇ, ਮਾਘੀ ਵਾਲੇ ਪ੍ਰੋਗਰਾਮ ਮੌਕੇ ਆਪਾਂ ਦੇਖਿਆ ਹੀ ਹੈ ਮੁਕਤਸਰ ਵੀ ਇਹਨਾਂ ਨੇ ਉੱਥੇ ਸਾਰੀ ਜਿਹੜੀ ਤਕਰੀਰਾਂ ਕੀਤੀਆਂ ਜਿੰਨਿਆਂ ਨੇ ਸਟੇਜ ਤੋਂ ਬਾਦਲ ਦਲ ਦੀ ਤੋਂ, ਇਹਨਾਂ ਨੇ ਤਾਂ ਇਹ ਜਤਾਇਆ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਉਹ ਸਦੀ ਦਾ ਬਹੁਤ ਵੱਡਾ ਮਹਾਨ ਸਿਆਸੀ ਆਗੂ ਸੀ, ਉਹਦੇ ਵਰਗਾ ਤਾਂ ਕੋਈ ਧਰਤੀ ਤੇ ਲੱਭਣਾ ਨਹੀਂ। ਉਹਨੇ ਪੰਜਾਬ ਦਾ ਤੇ ਪੰਥ ਦਾ ਬੜਾ ਭਲਾ ਕੀਤਾ ਤੇ ਜਿਹੜਾ ਫਖਰੇ ਕੌਮ ਆ ਉਹ ਜਿਹੜਾ ਰੱਦ ਕੀਤਾ ਉਹਨੂੰ ਮੁੜ ਬਹਾਲ ਕਰਨਾ ਚਾਹੀਦਾ। ਇਹੋ ਜਿਹੀਆਂ ਗੱਲਾਂ ਇਸ ਲੀਡਰਸ਼ਿਪ ਨੇ ਉੱਥੇ ਕੀਤੀਆਂ। ਤੋਂ ਇਸ ਲੀਡਰਸ਼ਿਪ ਨੂੰ ਉਹ ਬਾਦਲ ਜਿਹੜਾ ਬਾਦਲ ਭਾਈ ਜਸਵੰਤ ਸਿੰਘ ਖਾਲੜਾ ਦੇ ਚੁੱਕੇ ਜਾਣ ਦੇ ਮੌਕੇ ਬਿਲਕੁਲ ਜਿਹੜਾ ਚੁੱਪਚਾਪ ਰਿਹਾ ਤੇ ਕੋਈ ਉਹਨੇ ਜ਼ਿੰਮੇਵਾਰੀ ਵਾਲੀ ਗੱਲ ਨਹੀਂ ਕੀਤੀ, ਜਿਸ ਲੀਡਰਸ਼ਿਪ ਨੂੰ ਉਹ ਪ੍ਰੇਰਨਾ ਸਰੋਤ ਲੱਗਦਾ ਉਹਦੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਕਿ ਉਹ ਭਾਈ ਖਾਲੜਾ ਦੀ ਫਿਲਮ ਲਈ ਜਿਹੜਾ ਹੈਗਾ ਕੋਈ ਸਟੈਂਡ ਲੈਣਗੇ। ਇਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਵਾਲੀ ਲੀਡਰਸ਼ਿਪ ਲਗਾਤਾਰ ਇੱਕ ਗੱਲ ਕਹਿੰਦੀ ਆ ਰਹੀ ਆ ਕਿ ਮੋਡਰੇਟ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦਾ ਏਜੰਡਾ ਚੱਲ ਰਿਹਾ। ਵਿੱਚ ਕਹਿਣਗੇ ਕਿ ਰੈਡੀਕਲ ਧਿਰਾਂ ਜਿਹੜੀਆਂ ਉਹ ਜੀ ਮਾਹੌਲ ਖਰਾਬ ਕਰਦੇ। ਭਾਈ ਰੈਡੀਕਲ ਕੌਣ ਨੇ? ਰੈਡੀਕਲ ਉਹ ਕੌਮ ਪ੍ਰਸਤ ਤੇ ਪੰਥ ਪ੍ਰਸਤ ਸਿੱਖ ਨੇ ਜਿਨ੍ਹਾਂ ਨੇ ਕੌਮ ਦੇ ਦੁਸ਼ਮਣਾਂ ਦੇ ਦਿਲਾਂ ਉੱਤੇ ਦਹਿਸ਼ਤ ਪਾਈ, ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਪੰਥ ਲਈ ਆਪਣੀਆਂ ਜਾਨਾਂ ਵਾਰੀਆਂ ਤੇ ਇਹਨਾਂ ਧਿਰਾਂ ਨੇ ਹਮੇਸ਼ਾ ਹੀ ਕੌਮ ਨੂੰ ਤਰਜੀਹ ਦਿੱਤੀ। ਹੁਣ ਇਸ ਮੌਕੇ ਜਿਹੜੀਆਂ ਪੰਜਾਬ ਦੇ ਵਿੱਚ ਕੌਮ ਪ੍ਰਸਤ ਰੈਡੀਕਲ ਵੱਖਵਾਦੀ ਖਾਲਿਸਤਾਨੀ ਜੋ ਉਹਨਾਂ ਨੂੰ ਮਰਜ਼ੀ ਕਹਿ ਲਓ ਇਹ ਜਿਹੜੀਆਂ ਧਿਰਾਂ ਨੇ
ਇਹਨਾਂ ਧਿਰਾਂ ਜਾਂ ਸ਼ਖਸੀਅਤਾਂ ਦੇ ਕੋਲੇ ਕਿੰਨੀ ਕੁ ਸ਼ਕਤੀ ਆ ਜਾਂ ਕਿੰਨਾ ਕੁ ਬਲ ਆ, ਇਹਦੇ ਬਾਰੇ ਆਪਾਂ ਨੂੰ ਕੋਈ ਵਹਿਮ ਨਹੀਂ। ਪਰ ਇਹ ਧਿਰਾਂ ਅੱਜ ਵੀ ਰੜਕਦੀਆਂ ਨੇ। ਇਹ ਗੱਲ ਆਪਣੀ ਥਾਂ ਤੇ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਫਰੀडम ਆਫ ਸਪੀਚ ਆ, ਜਿੱਥੇ ਕੈਨੇਡਾ ਅਮਰੀਕਾ ਦੇ ਵਿੱਚ ਉਥੋਂ ਦੇ ਸਿਸਟਮ ਨੇ ਅਲਾਓ ਕੀਤਾ ਹੋਇਆ ਕਿ ਤੁਸੀਂ ਆਪਦੀ ਗੱਲ ਖੁੱਲ੍ਹ ਕੇ ਕਰ ਸਕਦੇ। ਉੱਥੇ ਇਸੇ ਕਰਕੇ ਖਾਲਿਸਤਾਨੀ ਸੰਘਰਸ਼ ਪੂਰੇ ਜੋਬਨ ਤੇ ਹੈ। ਪੰਜਾਬ ਦੇ ਵਿੱਚ ਇਹ ਜਜ਼ਬਾਤ ਦੱਬੇ ਹੋਏ, ਇਹ ਨਹੀਂ ਕਿ ਹੈ ਨਹੀਂ ਗੇ, ਪਰ ਇੱਥੇ ਦੱਬੇ ਹੋਏ। ਸਟੇਟ ਦਾ ਜ਼ੁਲਮ ਆਏ ਦਿਨ ਆ ਤੁਹਾਡੇ ਸਾਹਮਣੇ ਆ। 3 ਮੁੰਡੇ ਯੂਪੀ ਦੇ ਵਿੱਚ ਕਤਲ ਕਰਦੇ, ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤੀ। ਉਹ ਜਿਸ ਮੁਲਕ ਦੇ ਵਿੱਚ ਚੱਪੇ ਚੱਪੇ ਉੱਤੇ ਖਾਕੀ ਵਰਦੀ, IT ਸੈੱਲ ਤੇ ਆ ਜਿਹੜੇ ਡਿਜੀਟਲ ਜਿਹੜਾ ਵਰਡ ਆ ਇਹਦੇ ਉੱਤੇ ਜਿਹੜੀ ਨਿਗਰਾਨੀ ਕਿ ਜੀ ਤੁਸੀਂ ਆਹ ਕਿਉਂ ਲਿਖਿਆ, ਆਹ ਕਾਹਤੋਂ ਲਿਖਿਆ, ਇਹ ਸਾਰਾ ਕੁਝ ਚੱਲ ਰਿਹਾ। ਜਿਸ ਮੁਲਕ ਦੇ ਵਿੱਚ ਕਿਤਾਬਾਂ ਰੱਖਣ ਕਰਕੇ ਉਮਰ ਕੈਦਾਂ ਹੋਈਆਂ, ਉਸ ਮੁਲਕ ਦੇ ਵਿੱਚ ਹਰੇਕ ਬੰਦਾ ਸੋਚਦਾ ਕਿ ਆਪਾਂ ਜਦੋਂ ਕਿਤੇ ਲੋੜ ਪਵੇ ਉੱਥੇ ਬੋਲ ਦਿਆਂਗੇ। ਉਹ ਇੱਥੇ ਉਵੇਂ ਦੀ ਗੱਲ ਜੇ ਨਹੀਂ ਹੈ ਤਾਂ ਉਹਦੇ ਸਾਫ਼ ਅਰਥ ਸਮਝ ਨਹੀਂ ਲੱਗਦੇ। ਪਰ ਜਿਹੜਾ ਬਾਦਲ ਧਾਰ ਵੱਲੋਂ ਲਗਾਤਾਰ ਪੰਥਕ ਜਾਂ ਖਾਲਿਸਤਾਨੀ ਸਭਾ ਨੂੰ ਰੈਡੀਕਲ ਧਿਰਾਂ ਕਹਿ ਕੇ ਟਾਰਗੇਟ ਕੀਤਾ ਜਾ ਰਿਹਾ, ਇਹ ਗੱਲ ਬੜੀ ਸਮਝਣ ਤੇ ਸਮਝਾਉਣ ਵਾਲੀ। ਜਿੱਦਣ ਬਾਦਲ ਕਿਆ ਨੇ ਆਪਦੀ ਕੋਠੀ ਵਿੱਚ ਸੱਦ ਕੇ ਜਥੇਦਾਰ ਸਾਹਿਬਾਨ ਨੂੰ ਹੁਕਮ ਕੀਤਾ ਕਿ ਜੀ ਤੁਸੀਂ ਹਰਸੇ ਡੇਰੇ ਵਾਲੇ ਮੁਖੀ ਨੂੰ ਮਾਫੀ ਦੇ, ਉਸ ਮਾਫੀ ਦੇ ਐਲਾਨ ਨੇ ਸਿੱਖ ਜਜ਼ਬਾਤ ਨੂੰ ਬਹੁਤ ਦੁਖੀ ਕੀਤਾ। ਇੱਕ ਨੌਜਵਾਨ ਜਿਹੜਾ ਕੇਸਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਬੰਦ ਸਿੰਘ ਸੀ, ਉਹਦੇ ਉੱਤੇ ਹਮਲਾ ਕਰ ਦਿੱਤਾ। ਸ਼ਾਇਦ ਉਹਦਾ ਨਾਮ ਭਾਈ ਜੋਗਾ ਸਿੰਘ। ਹੁਣ ਉਹਨੂੰ ਕਿਹੜੇ ਰੈਡੀਕਲ ਨੇ, ਕਿਹਨੇ ਖਾਲਿਸਤਾਨੀ, ਕਿਹੜੇ ਜਥੇਬੰਦੀ ਨੇ ਕਿਹਾ ਸੀ ਜਾ ਕੇ ਜਥੇਦਾਰ ਤੇ ਆਉਂਦਾ। ਇਹ ਉਹਦੇ ਆਪ ਦੇ ਦਿਲ ਦਿਮਾਗ ਨੂੰ ਜੋ ਉਹਨੂੰ ਸਹੀ ਲੱਗਿਆ ਉਹਨੇ ਕੀ। ਦੂਜਾ ਭਾਈ ਜੱਗੀ ਜੋਹਲ ਤੇ ਉਹਦੇ ਸਾਥੀ ਜਾਂ ਹੋਰ ਬਹੁਤ ਸਾਰੇ ਸਿੱਖ ਨੌਜਵਾਨ ਜਿਹੜੇ ਕੌਮ ਦੇ ਪੰਥ ਦੇ ਹੱਕਾਂ ਦੀ ਹਿੱਤਾਂ ਦੀ ਗੱਲ ਕਰਦੇ ਹੋਏ ਜਿਹੜਾ ਤੇ ਨਜ਼ਰਬੰਦ, ਇਹਨਾਂ ਸਾਰਿਆਂ ਨੂੰ ਕਿਹੜੀ ਜਥੇਬੰਦੀ ਕਿਹਨੇ ਕਿਹਾ ਵੀ ਤੁਸੀਂ ਇਹ ਕੰਮ ਕਰੋ। ਉਹਨਾਂ ਨੂੰ ਜੋ ਠੀਕ ਲੱਗਦਾ, ਉਹਨਾਂ ਨੂੰ ਪਤਾ ਵਾ ਜਦੋਂ ਫੜੇ ਜਾਵਾਂਗੇ ਉਮਰ ਕੈਦਾਂ ਹੋਣਗੀ। ਉਹਨਾਂ ਨੂੰ ਪਤਾ ਹੈਗਾ ਕਿ ਸਾਡੇ ਨਾਲ ਮਾੜਾ ਹੋਇਆ, ਪਰ ਉਹ ਫਿਰ ਵੀ ਕੌਮ ਦੀ ਜ਼ਿੰਮੇਵਾਰੀ ਸਮਝਦੇ ਅਤੇ ਇਹ ਕੰਮ ਕਰ। ਇਹਨਾਂ ਵਿੱਚੋਂ ਕੋਈ ਵੀ ਇਹਨਾਂ ਸਭਾ ਜਾਂ ਇਹਨਾਂ ਧਿਰਾਂ ਨੂੰ ਜਿਹੜੇ ਨਹੀਂ ਹੈਗਾ। ਇੱਥੋਂ ਤੱਕ ਕਿ ਜਿੱਦਣ ਭਾਈ ਨਰੈਣ ਸਿੰਘ ਚੌੜੇ ਨੇ ਐਕਸ਼ਨ ਕੀਤਾ, ਉਹਨੇ ਵੀ ਕਿਸੇ ਖਾਲਿਸਤਾਨੀ ਧਿਰ ਨੂੰ ਜਾਂ ਰੈਡੀਕਲ ਧਿਰ ਨੂੰ ਕੁਛ ਨਹੀਂ ਪੁੱਛਿਆ ਦੱਸਿਆ, ਜੋ ਉਹਨੂੰ ਠੀਕ ਲੱਗਿਆ ਉਹਨੇ ਕਰ। ਇਹ ਜਿਹੜੇ ਪਿਛਲੇ ਦਿਨੀ ਜਿਹੜਾ ਸੁਧੀਰ ਸੂਰੀ ਵਾਲੇ ਕੇਸ ਵਿੱਚ ਸੰਦੀਪ ਸਿੰਘ ਸਨੀ ਨਾਂ ਦਾ ਨੌਜਵਾਨ, ਇਹ ਜਾਂ ਹੋਰ ਜਿਹੜੇ ਸਾਡੇ ਭਰਾ ਜੇਲ੍ਹਾਂ 'ਚ ਬੰਦ ਨੇ ਕੌਮ ਦੇ ਬੱਚੇ, ਇਹਨਾਂ ਸਾਰਿਆਂ ਨੂੰ ਇੱਕ ਤਾਂ ਇਹ ਰੋਸਾ ਗਿਲਾ ਕਿ ਇਹ ਜਿਹੜੇ ਕੌਮ ਪ੍ਰਸਤ ਪੰਥ ਪ੍ਰਸਤ ਧਿਰਾਂ ਜਾਂ ਜਥੇਬੰਦੀਆਂ ਨੇ, ਇਹ ਜਿੰਨਾ ਅਸੀਂ ਆਸ ਕਰਦੇ ਹਾਂ ਉਹਨਾਂ ਸਾਡਾ ਸਾਥ ਸਹਿਯੋਗ ਨਹੀਂ ਦੇ ਰਹੇ। ਦੂਜੇ ਪਾਸੇ ਇਸ ਗੱਲ ਤੇ ਹੀ ਸੰਤੁਸ਼ਟ ਨੇ ਸਾਰੇ ਕਿ ਜਿੰਨੇ ਜੋਗੇ ਹੈਗੇ ਆ, ਜਿਹੋ ਜਿਹੇ ਹਾਲਾਤ ਨੇ ਪੰਜਾਬ ਦੇ, ਠੋਕਾ ਰਾਏ ਸਾਡੀ ਪੈਰਵਾਈ ਕਰਾਈ ਜਾਂਦੇ ਆ, ਜਿੰਨੇ ਕੁ ਜੋਗੇ ਹੈਗੇ ਆ ਕਰੀ। ਉਹ ਜਿਹੜੀਆਂ ਇਹ ਗੱਲਾਂ ਉਡਾਈਆਂ ਜਾ ਰਹੀਆਂ ਨੇ ਬਾਦਲਕਿਆਂ ਵੱਲੋਂ ਕਿ ਜੀ ਮੋਡਰੇਟ ਜਿਹੜੇ ਨੇ, ਅਸੀਂ ਮਤਲਬ ਮੋਡਰੇਟਾਂ ਬਦਲ ਕੇ ਕਹਿੰਦੇ ਵੀ ਸਾਨੂੰ ਖਤਮ ਕਰਨ ਨੂੰ ਫਿਰਦੇ ਆ ਰੈਡੀਕਲ। ਤੇ ਜਿਹੜੇ ਭਾਈ ਕੰਮ ਤੁਸੀਂ ਕਰਦੇ ਹੋ, ਜਦੋਂ ਤੁਸੀਂ ਮਾਹੌਲ ਬਣਾਉਂਦੇ ਹੋ, ਜਥੇਦਾਰਾਂ ਨੂੰ ਸੱਦ ਕੇ ਉੱਥੇ ਹੁਕਮ ਦੇਤਾ, ਉਹਨਾਂ ਨੇ ਆ ਕੇ ਸਰਸੇ ਡੇਰੇ ਨੂੰ ਮਾਫੀ ਦਾ ਐਲਾਨ ਕਰਤਾ ਤੇ ਸਰਦਾਰ ਜੋਗਾ ਸਿੰਘ ਨਾਂ ਦੇ ਨੌਜਵਾਨ ਨੂੰ ਰੋਹ ਜਾਗਿਆ ਕੌਮ ਪ੍ਰਸਤੀ ਦੀ ਭਾਵਨਾ ਤਹਿਤ, ਉਹਨੇ ਜੋ ਉਹਨੂੰ ਠੀਕ ਲੱਗਿਆ ਕਰਤਾ। ਇਵੇਂ ਭਾਈ ਨਰੈਣ ਸਿੰਘ ਚੌੜੇ ਨੂੰ ਜੋ ਠੀਕ ਲੱਗਿਆ ਕਰਤਾ, ਇਵੇਂ ਹੀ ਹੋਰ ਸਿੱਖਾਂ ਨੇ ਜਿਹਨੇ ਵੀ ਕੁਝ ਕਰਨਾ ਉਹਨੇ ਕਿਸੇ ਨਾਲ ਸਲਾਹ ਕਰਕੇ ਜਾਂ ਕਿਸੇ ਤੋਂ ਕੁਝ ਲੈ ਕੇ ਨਹੀਂ ਕਰਨਾ, ਉਹਦੇ ਅੰਦਰੋਂ ਇਹ ਗੱਲ ਫੁੱਟਣੀ ਆ। ਸੋਚਣਾ ਇਹ ਚਾਹੀਦਾ ਕਿ ਆਪਾਂ ਇਹੋ ਜਿਹਾ ਮਾਹੌਲ ਕਿਉਂ ਸਿਰਜੀਏ ਕਿ ਸਾਡੀ ਕੌਮ ਦੇ ਬੱਚੇ ਕੋਈ ਇਹੋ ਜਿਹਾ ਭਾਣਾ ਵਪਰਾਉਣ ਲਈ ਤਿਆਰ ਹੋ ਜਾਣ ਜਿਹਦੇ ਨਾਲ ਉਹਨਾਂ ਦੀ ਜਵਾਨੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਲੰਘਾਉਣੀ ਪੈ ਜੀ। ਕਿਉਂ ਨਹੀਂ ਬਾਦਲ ਦਲ ਦੀ ਲੀਡਰਸ਼ਿਪ ਇਹ ਸੋਚਦੀ
ਕਿ ਅਸੀਂ ਸਿੱਖ ਜਜ਼ਬਾਤਾਂ ਦੀ ਉਵੇਂ ਹੇਠੀ ਕਿਉਂ ਕਰਦੇ ਆ ਜਿਵੇਂ ਕਾਂਗਰਸ ਕਰਦੀ ਰਹੀ ਜਾਂ ਭਾਜਪਾ ਕਰਦੀ। ਹੁਣ ਇਹ ਕੋਈ ਐਡਾ ਅਲਜਬਰਾ ਤਾਂ ਹੈ ਨਹੀਂ। ਇਹਨਾਂ ਦਿਨਾਂ ਦੇ ਵਿੱਚ ਸਾਰੇ ਦੂਰ ਦਰਾਡੇ ਬੈਠੇ ਸਿੱਖਾਂ ਨੂੰ ਲੱਗਿਆ ਸੀ ਕਿ 2 ਦਸੰਬਰ ਨੂੰ ਜੋ ਅਕਾਲ ਤਖਤ ਸਾਹਿਬ ਤੋਂ ਫੈਸਲੇ ਹੋਣੇ ਬੜੇ ਵਧੀਆ, ਤੇ ਬਾਦਲ ਦਲ ਦੇ ਆਪ ਦੇ ਆਗੂ, ਬੜੇ ਆਗੂ ਆ ਜਿਹੜੇ ਆਪਾਂ ਪਿਛਲੇ ਦਿਨਾਂ 'ਚ 9 ਸਾਰਿਆਂ ਦੀ ਲੈਂਦੇ ਆ ਰਹੇ ਆ ਜਿਹੜੇ ਬਾਗੀ ਅਕਾਲੀ ਨੇ ਉਹ ਵੀ ਇਹਨਾਂ ਦੇ ਨਾਲ ਹੀ ਹੁੰਦੇ ਸੀ, ਢੀਂਡਸੇ ਹੁਣ, ਕਦੂ ਮਾਦਰੇ ਹੁਣੀ, ਪੰਜੋਲੀ ਹੁਣੀ, ਇਹ ਅਕਾਲੀ ਹੋਈ ਨੇ। ਇਹਨਾਂ ਸਾਰਿਆਂ ਨੇ ਇਹ ਗੱਲ ਮੰਨੀ ਹੋਈ ਆ ਜਾਂ ਕਹਿੰਦੇ ਨੇ, ਚਾਹੇ ਉਹ ਇਕਬਾਲ ਸਿੰਘ ਝੁੱਦਾ ਹੈ, ਚਾਹੇ ਮਨਪ੍ਰੀਤ ਸਿੰਘ ਅਯਾਲੀ ਆ, ਚਾਹੇ ਕੋਈ ਗੁਰਜੋਤ ਸਿੰਘ ਤਲਵੰਡੀ, ਚਾਹੇ ਕੋਈ ਹੋਰ, ਬੜੇ ਨੇ ਇਹ ਸਾਰੇ, ਬੜੀ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਬਾਦਲ ਦਲ ਦੇ ਨਾਲ ਸੰਬੰਧਿਤ ਨੇ, ਜਿਹੜੇ ਮੋਡਰੇਟ ਕਹਿ ਲੈਣ ਆਪਦੇ ਆਪ ਨੂੰ ਸ਼ੱਕ ਦੀ, ਉਹ ਮੰਨਦੇ ਆ ਕਿ 2 ਦਸੰਬਰ ਵਾਲੇ ਹੁਕਮ ਨੂੰ ਪੂਰਾ ਮੰਨਣਾ ਚਾਹੀਦਾ, ਬਿਨ ਮੰਨਣਾ। ਤੇ ਜਿਹੜੇ ਇਸ ਫੈਸਲੇ ਦੇ ਉਲਟ ਖੜੇ ਬਾਦਲ ਦਲ ਦੇ ਲੀਡਰ ਨੇ, ਉਹ ਆਪਦਾ ਹੀ ਹਿਸਾਬ, ਆਪਦਾ ਹੀ ਘੋੜਾ ਦੱਬੀ ਫਿਰਦੇ ਨੇ। ਇਹਦੇ ਨਾਲ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਦੀ। ਤੇ ਜਦੋਂ ਕੋਈ ਇਸ ਗੱਲ ਦੀ ਪਰਵਾਹ ਨਾ ਕਰੇ, ਜਦੋਂ ਕੋਈ ਸਿੱਖਾਂ ਦੀ ਕਦਰ ਨਾ ਕਰੇ, ਸਿੱਖ ਜਜ਼ਬਾਤਾਂ ਦੀ ਹੇਠੀ ਕਰੇ, ਤੇ ਕੋਈ ਇਹਦੇ ਵਿੱਚੋਂ ਮਾਹੌਲ ਖਰਾਬ ਹੋ ਜੇ, ਫਿਰ ਉਦੋਂ ਪਿੱਟਣਾ ਕਿ ਜੀ ਰੈਡੀਕਲ ਮਾਹੌਲ ਖਰਾਬ ਕਰਦੇ। ਕੋਈ ਰੈਡੀਕਲ ਮਾਹੌਲ ਨਹੀਂ ਖਰਾਬ ਕਰਦਾ ਜੀ। ਰੈਡੀਕਲ ਪੰਥ ਪ੍ਰਸਤ, ਕੌਮ ਪ੍ਰਸਤ, ਖਾਲਿਸਤਾਨ ਨੂੰ ਸਮਰਪਿਤ ਨੇ। ਤੇ ਅੱਜ ਦੇ ਮਾਹੌਲ ਵਿੱਚ ਜੋ ਕੁਝ ਉਹਨਾਂ ਤੋਂ ਕੌਮ ਦੀ ਚੜ੍ਹਦੀ ਕਲਾ ਲਈ, ਖਾਲਿਸਤਾਨ ਦੀ ਆਜ਼ਾਦੀ ਲਈ ਜੋ ਹੋ ਸਕਦਾ ਉਹ ਕਰਾਈ ਜਾਂਦੇ ਨੇ। ਸਾਰੇ ਸਿਆਪੇ ਦੀ ਜੜ ਤਾਂ ਬਾਦਲ ਦਲ ਦੀ ਲੀਡਰਸ਼ਿਪ ਦੀ ਸਿਆਸੀ ਤੌਰ ਦੇ ਉੱਤੇ ਉਹ ਘਾਟ, ਕਮਜ਼ੋਰੀ ਆ, ਜਿਹਦੇ ਕਰਕੇ ਇਹ ਸਾਰੇ ਭਾਣੇ ਵਾਪਰਦੇ। ਇੱਕ ਪਾਸੇ ਤਾਕਤਾਂ ਦੇ ਜਥੇਦਾਰਾਂ ਦੀ ਤੁਸੀਂ ਦੁਰਵਰਤੋਂ ਕਰਦੇ, ਦੂਜੇ ਪਾਸੇ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਹੋ। ਜਿਹੜਾ ਅੱਜ ਕਹਿਣ ਲੱਗੇ ਹੋਏ ਆ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਅਮਿਤ ਸ਼ਾਹ ਨਾਲ ਸੰਬੰਧ ਰੱਖਦਾ, ਦੇਖੋ ਵੀਡੀਓ 'ਚ ਮੰਨਦਾ। ਭਾਈ ਇਹ ਗਿਆਨੀ ਹਰਪ੍ਰੀਤ ਸਿੰਘ ਤਾਂ ਬਾਦਲ ਦਲ ਦਾ ਹੀ ਥਾਪਿਆ ਜਥੇਦਾਰ ਸੀ, ਜਾਂ ਜਥੇਦਾਰ ਦਮਦਮਾ ਸਾਹਿਬ ਵੀ ਤੁਸੀਂ ਬਾਦਲ ਧਿਰ ਨਹੀਂ ਲਾਇਆ ਹੋਇਆ। ਜੇ ਇਹ ਕੋਈ ਗਲਤ ਗੱਲ ਕਰਦਾ ਹੈ ਜਾਂ ਕਰਦਾ ਸੀ ਜਾਂ ਕਰਦਾ ਹੈ, ਤਾਂ ਤੁਸੀਂ ਜਦੋਂ ਲਾਉਣਾ ਹੋਊਗਾ ਉਦੋਂ ਕਿਸੇ ਦੀ ਪਰਵਾਹ ਕਰਨੀ। 1999 ਚ ਜਥੇਦਾਰ ਰਣਜੀਤ ਸਿੰਘ ਨੂੰ ਲਾਉਣ ਮੌਕੇ ਕਿਹਦੀ ਪਰਵਾਹ ਕੀਤੀ ਸੀ? ਜਿਹੜੇ ਹੁਣ ਤੱਕ ਜਥੇਦਾਰ ਲਾਏ ਨੇ ਜਾਂ ਲਾਹੇ ਨੇ, ਕਦੋਂ ਕਿਸੇ ਸਿੱਖ ਜਜ਼ਬਾਤ ਦੀ ਪਰਵਾਹ ਕੀਤੀ ਹੈ? ਇਸੇ ਕਰਕੇ ਜਥੇਦਾਰ ਤੁਹਾਡੇ ਇਸ਼ਾਰਿਆਂ ਤੇ ਨੱਚਦੇ ਨੇ ਵੀ ਸਾਨੂੰ ਪਤਾ ਨਹੀਂ ਕਦੋਂ ਕਹਿ ਦੇਣਾ ਵੀ ਘਰ ਨੂੰ ਜਾਓ ਜੀ। ਉਹ ਇਸ ਗੱਲ ਦਾ ਸਾਡੀ ਕੌਮ ਨੂੰ ਸਭ ਨੂੰ ਹੀ ਪਤਾ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਕਹਿੰਦੇ ਹੋ ਕਿ ਉਹ ਅਮਿਤ ਸ਼ਾਹ ਨਾਲ ਗੱਲ ਕਰਦਾ, ਉਹ ਕਾਂਗਰਸ ਦੇ ਲੀਡਰਾਂ ਨਾਲ ਗੱਲ ਕਰਦਾ ਹੈ। ਜੇ ਇਹ ਤਖਤ ਕੱਲੇ ਬਾਦਲ ਦਲ ਦਾ, ਫਿਰ ਤਾਂ ਲਿਖ ਕੇ ਲਾ ਦੋ ਵੀ ਸਾਡਾ ਥਾਪਿਆ ਹੋਇਆ ਜਥੇਦਾਰ ਕੇਵਲ ਬਾਦਲ ਦਲ ਦੇ ਸੰਬੰਧਿਤ ਆਗੂਆਂ ਨਾਲ ਹੀ ਗੱਲ ਸੁਣ ਸਕਦਾ, ਦੂਜੇ ਸਿੱਖ ਦੇ ਵੀ ਨਹੀਂ ਗੱਲ। ਇਹ ਜਥੇਦਾਰ ਦੀ ਪੋਸਟ ਸਾਰੇ ਸਿੱਖਾਂ ਲਈ ਆ ਭਾਈ, ਸਾਰੇ ਚਾਹੇ ਉਹ ਕਿਸੇ ਵੀ ਖਿਆਲ ਦੇ ਸਿੱਖ ਹੋਣ, ਉਹਨਾਂ ਸਾਰੇ ਸਿੱਖਾਂ ਨੂੰ ਅਕਾਲ ਤਖਤ ਦੇ ਜਥੇਦਾਰ ਨਾਲ ਗੱਲ ਕਰਨ ਦਾ ਹੱਕ ਸਾਡੀ ਪਰੰਪਰਾ, ਸਾਡੀ ਰਵਾਇਤ ਤੋਂ ਮਿਲਦਾ। ਇਹ ਤੋਂ ਅੱਗੇ ਵਾਲੀ ਗੱਲ ਦੀ ਗੈਰ ਸਿੱਖਾਂ ਨੂੰ ਵੀ ਇਹ ਹੱਕ, ਜੇਕਰ ਸਾਡੇ ਇਤਿਹਾਸ ਦੇ ਵਿੱਚ ਦਰਜ ਹੈ ਕਿ ਅਕਾਲ ਤਖਤ ਸਾਹਿਬ ਤੇ ਲੋਕ ਆ ਕੇ ਆਪਦੇ ਦੁੱਖ ਸੁਣਾਉਂਦੇ ਸੀ, ਸਾਡੀਆਂ ਬੱਚੀਆਂ ਅਬਦਾਲੀ ਚੱਕ ਕੇ ਲੈ ਗਿਆ, ਨਾਦਰ ਸ਼ਾਹ ਲੈ ਗਿਆ, ਪਠਾਨ ਚੱਕ ਕੇ ਲੈ ਗਿਆ, ਉਸਮਾਨ ਖਾਨ ਕਸੂਰ ਦਾ। ਇਹ ਉਸ ਮੌਕੇ ਜਥੇਦਾਰ ਜਿਹੜੇ ਸੀ ਉਹ ਕੌਮ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਨੇ। ਉਹ ਇਹ ਗੱਲ ਕਹਿਣੀ ਕਿ ਜੀ ਫਲਾਣੇ ਨਾਲ ਸੰਬੰਧ ਨੇ, ਜੇ ਭਾਈ ਕੌਮ ਦੇ ਹਿੱਤਾਂ ਦੇ ਉਲਟ ਕੋਈ ਚੱਲ ਰਿਹਾ ਤਾਂ ਫਿਰ ਉਸੇ ਬੀਜੇਪੀ ਨਾਲ ਤੁਹਾਡਾ ਪਤੀ ਪਤਨੀ ਵਾਲਾ ਰਿਸ਼ਤਾ ਰਹੇ। ਤੁਸੀਂ ਖੁਦ ਕਹਿੰਦੇ ਸੀ ਬਾਦਲ ਦਲ ਦੇ ਆਗੂ, ਤੇ ਉਸੇ ਬੀਜੇਪੀ ਨੂੰ ਆ ਜਿਹੜੇ ਸਰਸੇ ਹੁਣੀ ਜਾਂ ਹੋਰ ਜਿਹੜੇ ਲੀਡਰ ਉੱਥੇ ਗਏ ਨੇ ਸਿੱਖ ਕੌਮ ਦੇ, ਇਹ ਸਾਰੇ ਆਗੂ, ਜਿਹੜੇ ਆਗੂ ਅੱਜ ਬਾਦਲ ਦਲ ਨੂੰ ਤਿਆਗ ਕੇ ਬੀਜੇਪੀ 'ਚ ਗਏ ਨੇ, ਉਹਨਾਂ ਨੂੰ ਬੀਜੇਪੀ ਦਾ ਰਾਹ ਦਿਖਾਇਆ ਕਿਹਨੇ? ਗਿਆਨੀ ਹਰਪ੍ਰੀਤ ਸਿੰਘ ਨੂੰ ਅਮਿਤ ਸ਼ਾਹ ਦਾ ਰਾਹ ਦਿਖਾਇਆ ਕਿਹਨੇ? ਇਹ ਬਾਦਲ ਕੇ ਨਹੀਂ ਦਿਖਾਇਆ। ਪੰਜਾਬ ਦੀ ਧਰਤੀ ਉੱਤੇ ਤਾਂ ਕੋਈ ਬਾਦਲ ਦਲ ਦਾ ਨਾਂ ਲੈ ਕੇ ਰਾਜੀ ਨਹੀਂ ਸੀ, ਪਤਾ ਹੀ ਨਹੀਂ ਸੀ ਉਹਦਾ ਚੋਣ ਨਿਸ਼ਾਨ ਕੀ ਆ। ਉਹਨਾਂ ਨੂੰ ਕੌਣ ਲੈ ਕੇ ਆਇਆ? ਇਹ ਬਾਦਲ ਦਲ ਵਾਲੇ ਲੈ ਕੇ ਆਏ। ਉਹਨਾਂ ਦਿਨਾਂ ਦੇ ਵਿੱਚ ਜਦੋਂ ਕੌਮ ਪ੍ਰਸਤ, ਪੰਥ ਪ੍ਰਸਤ, ਜਦੋਂ ਸਿੱਖ ਕੋਈ ਕਲਪਦਾ ਸੀ ਕਿ ਇਹਨਾਂ ਦੇ ਮਗਰ ਲੱਗ ਕੇ ਤੁਸੀਂ ਆਪਣੀ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾ ਰਹੇ, ਕਿਉਂ ਬੁੱਤ ਪ੍ਰਸਤੀ ਕਰਦੇ, ਕਿਉਂ ਰਮਾਇਣ ਦੇ ਪਾਠ, ਕਿਉਂ ਤੁਸੀਂ RSS ਨੂੰ ਖੁੱਲ੍ਹ ਦਿੱਤੀ ਹੋਈ ਹੈ,
ਕਿਉਂ ਤੁਸੀਂ ਆਹ ਗੜਬੜਾਂ ਕਰਦੇ? ਉਦੋਂ ਬਾਦਲ ਦਲ ਵਾਲੇ ਕਹਿੰਦੇ ਸੀ ਸਾਡਾ ਉਹਨਾਂ ਨਾਲ ਸਿਆਸੀ ਤੌਰ ਤੇ ਜਿਹੜਾ ਸੰਬੰਧ ਆ ਤੁਸੀਂ ਖਰਾਬ ਕਰਨ ਦੇ ਲਈ ਇਹ ਹਰਕਤਾਂ ਕਰਦੇ ਹੋ, ਕਿਉਂ ਸਾਨੂੰ ਕੋਪਦੇ ਉਸ ਤਾਂ ਹੀ ਕਰਨ। ਅੱਜ ਤੁਹਾਡੀ ਵਿਗੜ ਗਈ, ਕੱਲ ਨੂੰ ਤੁਹਾਡਾ ਪਤੀ ਪਤਨੀ ਦਾ ਤੀਵੀਂ ਆਦਮੀ ਦਾ ਫੇਰ ਤੁਹਾਡਾ ਨੇੜ ਹੋ ਜੇ ਤੇ ਭਾਈ ਤੁਹਾਡੇ ਵੱਲ ਕੌਮ ਦੇਖ ਕੇ ਕਰੇ ਤਾਂ ਕਰੇ ਕੀ? ਤੁਹਾਡਾ ਕੋਈ ਇਤਬਾਰ ਨਹੀਂ। ਸਾਰੀ ਦੁਨੀਆ ਨੂੰ ਪਤਾ ਕਿ ਆ ਜਿਹੜੀਆਂ ਲੋਕ ਸਭਾ ਚੋਣਾਂ ਹੁਣ ਹੋ ਕੇ ਹਟੀਆਂ, ਉਦੋਂ ਜਿਹੜਾ ਉਹ ਰੱਖੜਾ ਪਰਿਵਾਰ ਅਮਰੀਕਾ ਵਾਲਾ, ਉਹਨਾਂ ਰਾਹੀਂ ਤੁਹਾਡੀ ਗੱਲ ਚੱਲਦੀ ਰਹੀ। ਉਹ ਤਾਂ ਨਹੀਂ ਕੋਈ ਗੱਲ ਤੁਹਾਡੀ ਸਿਰੇ ਚੜੀ, ਤੁਹਾਡੇ ਫੇਰ ਕੱਲ ਕਿਸੇ ਹੋਰ ਚੱਕਰ 'ਚ ਫੇਰ ਬਣ ਸਕਦੇ ਆ। ਤੁਸੀਂ ਸਿਆਸੀ ਬੰਦੇ ਹੋ, ਪਰ ਤੁਹਾਡੀ ਸਿਆਸਤ ਕਰਕੇ ਸਾਡੇ ਜਥੇਦਾਰ ਸਾਹਿਬਾਨ ਅਕਾਲ ਤਖਤ ਸਾਹਿਬ ਦੇ ਜਿਹੜੇ ਸਾਡੀ ਪੋਸਟ ਆ ਅਕਾਲ ਤਖਤ ਸਾਹਿਬ ਦੀ ਸੰਸਥਾ, ਉਹਦੀ ਹੇਠੀ ਕਿਉਂ ਹੋ ਗਈ? ਹੁਣ ਤੁਹਾਨੂੰ ਚੇਤਾ ਆ ਗਿਆ ਕਿ ਅਮਿਤ ਸ਼ਾਹ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਸੰਬੰਧ ਨਹੀਂ ਸੀ ਹੋਣੇ, ਤੇ ਜਦੋਂ ਉਹ ਅਕਾਲ ਤਖਤ ਦਾ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ, ਜਦੋਂ ਮਨਜਿੰਦਰ ਸਿੰਘ ਸਰਸਾ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਤੋਂ ਮਿਲਣ ਆਇਆ, ਉਦੋਂ ਹੀ ਉਹਨੂੰ ਮਨਾ ਕਰ ਦੇਣਾ ਸੀ ਗਿਆਨੀ ਹਰਪ੍ਰੀਤ ਸਿੰਘ ਇਹ ਭਾਈ ਮਿਲੀ ਨਾ। ਜਦੋਂ ਤੁਹਾਡੇ ਹੀ ਅਨੁਸਾਰ ਚੱਲਦਾ ਹੋਇਆ, ਕਿਉਂਕਿ ਉਦੋਂ ਤੁਹਾਨੂੰ ਲੱਗਦਾ ਸੀ ਕਿ ਸ਼ਾਇਦ ਸਾਡੀ ਦੁਬਾਰਾ ਸੈਟਿੰਗ ਨਾ ਹੋ ਜਾਏ, ਉਦੋਂ ਅਮਿਤ ਸ਼ਾਹ ਦੇ ਨਾਲ ਸਾਨੂੰ ਅੱਖ ਨਾ ਅੱਖ ਪਲਾਉਣੀ ਔਖੀ ਹੋ ਜੂ, ਇਹੀ ਸੋਚ ਵਿੱਚੋਂ ਤੁਸੀਂ ਕਹਾਂ ਗੱਲਾਂ ਕਰਦੇ ਹੋ ਵੀ ਪਤਾ ਨਹੀਂ ਸਾਡੀ ਕਦੋਂ ਸਹਿਮਤੀ ਹੋ ਜਾਣੀ। ਉਹ ਇਹ ਗੱਲ ਦੁਨੀਆ ਨੂੰ ਸਾਰੀ ਨੂੰ ਹੀ ਪਤਾ ਕਿ ਜਿਹੜੇ ਤੁਹਾਡੇ ਨਿੱਜੀ ਸਵਾਰਥ ਨੇ, ਉਹਨਾਂ ਕਰਕੇ ਤੁਸੀਂ ਕਦੇ ਤਾਕਤਾਂ ਦੇ ਜਥੇਦਾਰ ਸਾਹਿਬਾਨ ਨੂੰ ਵਰਤਦੇ ਹੋ, ਕਦੇ ਤੁਸੀਂ ਕਿਸੇ ਹੋਰ ਸੰਸਥਾ ਦੀ ਬਲੀ ਦਿੰਦੇ ਹੋ, ਤੇ ਇਹਦੇ ਵਿੱਚੋਂ ਸਾਡੀ ਕੌਮ ਦੀ ਜਵਾਨੀ ਲਈ ਜਦੋਂ ਸਿੱਖ ਜਜ਼ਬਾਤਾਂ ਦੀ ਹੇਠੀ ਹੁੰਦੀ ਹੈ, ਉਹਨਾਂ ਨੂੰ ਔਖਾ ਲੱਗਦਾ ਤੇ ਉਹ ਫਿਰ ਇਸ ਚੀਜ਼ ਦੇ ਵਿੱਚ ਆਪਦੀ ਮਰਜ਼ੀ ਨਾਲ ਕੋਈ ਕਦਮ ਚੱਕ ਲੈਂਦੇ। ਉਹ ਜਿਹੜਾ ਇਹ ਬਣਾਇਆ ਜਾ ਰਿਹਾ ਕਿ ਸਾਨੂੰ ਰੈਡੀਕਲਾਂ ਤੋਂ ਖਤਰਾ, ਕਿਸੇ ਰੈਡੀਕਲ ਤੋਂ ਕੋਈ ਖਤਰਾ ਨਹੀਂ ਸੀ। ਤੁਹਾਡੀਆਂ ਕਰਤੂਤਾਂ, ਜਿਵੇਂ ਸਾਡੇ ਪੰਜਾਬ ਦੀਆਂ ਪਿੰਡਾਂ ਦੀਆਂ ਟਰਾਲੀਆਂ ਤੇ ਨਾ ਕਈ ਭਰਾ ਲਗਾ ਲੈਂਦੇ ਆ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦੇ ਆ। ਹਾਂਜੀ, ਸਾਡੇ ਆਪਾਂ ਕਈ ਸੁਣਦੇ ਆ ਵੀ ਪਾਪੀ ਨੂੰ ਉਹਦਾ ਪਾਪ ਲੈ ਬੈਂਦਾ। ਉਹ ਇਸ ਤਰੀਕੇ ਨਾਲ ਹੀ ਬਾਦਲ ਦਲ ਵਾਲਿਓ ਭਰਾਵੋ, ਜੇਕਰ ਤੁਸੀਂ ਸਹੀ ਸੱਚੀ ਤੇ ਠੋਸ ਕੌਮ ਪ੍ਰਸਤ ਸਿਆਸਤ ਕਰੋ, ਪੰਜਾਬ ਪ੍ਰਸਤ ਪੰਥ ਪ੍ਰਸਤ ਸਿਆਸਤ ਕਰੋ, ਤਾਂ ਤੁਹਾਨੂੰ ਇਹੀ ਕੌਮ ਜਿਹੜੀ ਆ ਸਤਿਕਾਰ ਦੇਵੇ। ਤਿਰਸਕਾਰ ਕਰਨ ਵਾਲੀਆਂ ਗੱਲਾਂ ਕਰਕੇ ਫਿਰ ਤੁਸੀਂ ਭਾਲੋ ਇਹ ਕਿ ਜੀ ਸਾਡਾ ਸਤਿਕਾਰ ਕਰੋ, ਇਹ ਗੱਲ ਨਹੀਂ ਬਣਦੀ। ਤੋਂ ਸਤਿਕਾਰ ਕਰਵਾਉਣਾ ਕਿ ਤਿਰਸਕਾਰ ਕਰਵਾਉਣਾ, ਇਹ ਬਾਦਲ ਦਲ ਦੇ ਹੱਥ 'ਚ। ਸਿੱਖ ਕਿਹੜੇ ਖੂਹ 'ਚ ਡਿੱਗਣ? ਕਾਂਗਰਸ ਨਾਲ ਸਿੱਖ ਨਹੀਂ ਜਾ ਸਕਦੇ, ਭਾਜਪਾ ਨਾਲ ਸਿੱਖ ਨਹੀਂ ਜਾ ਸਕਦੇ। ਬਾਦਲ ਦਲ ਤੇ ਆਸ ਰੱਖੀ ਸੀ, ਬਾਦਲ ਦਲ ਕਾਂਗਰਸ ਤੇ ਭਾਜਪਾ ਦੇ ਰੰਗ ਵਿੱਚ ਰੰਗਿਆ ਗਿਆ। ਕਹਿੰਦੇ ਜੀ ਜੇ ਅਸੀਂ ਧਰਮ ਤੋਂ ਸੇਧ ਲਈ ਸਾਡੀ ਤਾਂ ਮਾਨਤਾ ਰੱਦ ਹੋ ਜੂਗੀ। ਅੱਜ ਡਾਕਟਰ ਦਲਜੀਤ ਸਿੰਘ ਚੀਮਾ ਇੱਕ ਚੈਨਲ ਤੇ ਸੁਣਿਆ, ਉਹ ਕਹਿ ਰਿਹਾ ਸੀਗਾ ਕਿ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਊਗੀ, ਜਦੋਂ ਸਾਡੀ ਆ ਸਾਰੀ ਚੋਣ ਹੋਊਗੀ, ਉਸ ਤੋਂ ਬਾਅਦ ਅਸੀਂ ਅਕਾਲ ਤਖਤ ਸਾਹਿਬ ਜਾਵਾਂਗੇ, ਅਸੀਂ ਮੰਜੀ ਸਾਹਿਬ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਤੇ ਫਲਾਨਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ। ਇੱਕ ਪਾਸੇ ਤੁਸੀਂ ਕਦਮ ਕਦਮ ਦੇ ਉੱਤੇ ਧਰਮ ਨਾਲ, ਧਾਰਮਿਕ ਸੰਸਥਾਵਾਂ ਨਾਲ ਆਉਂਦਾ ਤਾਲਮੇਲ ਦਿਖਾਉਣ ਤੇ ਤੁਲੇ ਹੋਏ ਕਿ ਅਸੀਂ ਤਾਂ ਬੜੇ ਸਹੀ ਹਾਂ। ਦੂਜੇ ਪਾਸੇ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਜੇ ਅਸੀਂ 7 ਮੈਂਬਰੀ ਕਮੇਟੀ ਦੀ ਮੰਨ ਲਈ ਗੱਲ, ਅਸੀਂ ਮਾਰੇ ਜਾਣਾ। ਸੋ ਇਹ ਸ਼ੋਸ਼ੇ, ਇਹ ਡਰਾਮੇ ਜਿਹੜੇ ਨੇ ਏਦਾਂ ਨਹੀਂ ਚੱਲਦੇ ਹੁੰਦੇ। ਉਹ ਵੇਲਾ ਚਲੇ ਗਿਆ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਅੱਜ ਨਾਲ ਦੀ ਨਾਲ ਦੂਜਾ ਪੱਖ ਜਿਹੜਾ ਹੈ ਉਹ ਸੰਗਤ ਦੇ ਸਾਹਮਣੇ ਆ ਜਾਂਦਾ। ਉਹ ਇਸ ਤਰ੍ਹਾਂ ਦੇ ਡਰਾਮੇ, ਇਸ ਤਰੀਕੇ ਦੇ ਸ਼ੋਸ਼ੇ ਉਹ ਪਹਿਲਾਂ ਚੱਲ ਜਾਂਦੇ ਸੀ। ਅੱਜ ਦੀ ਤਰੀਕ ਵਿੱਚ ਚਾਹੇ ਤੁਹਾਡੇ ਬੰਦੇ, ਬਾਦਲ ਦਲ ਨੇ ਇੱਕ ਹੋਰ ਕੰਮ ਕੀਤਾ ਹੋਇਆ, ਬੰਦੇ ਭਰਤੀ ਕੀਤੇ ਹੋਏ ਨੇ, ਉਹਨਾਂ ਨੂੰ ਇਹ ਆਖਿਆ ਹੈ ਵੀ ਜਦੋਂ ਵੀ ਕੋਈ ਕਿਤੇ ਵੀ ਸਾਡੇ ਖਿਲਾਫ ਬੋਲੇ ਉਹਦੇ ਹੇਠਾਂ ਲਿਖ ਦਿਆ ਕਰੋ ਇਹ ਜੀ ਬਾਦਲ ਦਾ ਸ਼ੋਸ਼ਣਾ ਬੁਝਾਉਂਦਾ। ਭਾਈ ਸ਼ੋਸ਼ਣਾ ਤਾਂ ਏਦਾਂ ਹੀ ਬਚੇ। ਇਹ ਸ਼ੋਸ਼ਣਾ ਕੌਮ ਦੇ ਚੜ੍ਹਦੀ ਕਲਾ ਲਈ, ਪੰਥ ਦੀ ਚੜ੍ਹਦੀ ਕਲਾ ਲਈ ਬਚਣਾ ਚਾਹੀਦਾ। ਦੁਨੀਆ ਭਰ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਜਿਵੇਂ ਇੱਕ ਵੇਲਾ ਸੀ ਸਾਨੂੰ ਸਿੱਖਾਂ ਨੂੰ ਇੰਡੀਅਨ ਮੰਨਿਆ ਜਾਂਦਾ, ਅੱਜ ਸਾਨੂੰ ਉਹਨਾਂ ਨੂੰ ਪਤਾ ਵੀ ਇੰਡੀਆ ਤਾਂ ਇਹਨਾਂ ਤੇ ਜ਼ੁਲਮ ਕਰ। ਜਿਹੜੇ ਲੋਕ ਸਾਨੂੰ ਹਿੰਦੂ ਵਰਗ ਵਿੱਚ ਸਮਝਦੇ ਰਹੇ, ਅੱਜ ਉਹਨਾਂ ਨੂੰ ਸਭ ਨੂੰ ਪਤਾ ਵੀ ਹਿੰਦੂ ਤਾਂ ਇਹਨਾਂ ਦੀ ਧਾਰਮਿਕ ਪਛਾਣ ਖਤਮ ਕਰਨ ਨੂੰ ਕਰ। ਇਵੇਂ ਹੀ ਹੌਲੀ ਹੌਲੀ ਇਹ ਗੱਲ ਵੀ ਦੁਨੀਆ ਭਰ 'ਚ ਚਲੇ ਜਾਣੀ ਆ ਕਿ ਜਿਵੇਂ ਦੀ ਕਾਂਗਰਸ ਆ, ਜਿਵੇਂ ਦੀ ਭਾਜਪਾ, ਉਵੇਂ ਦਾ ਭਾਰਤੀ ਸਿਆਸਤ ਦੇ ਵਿੱਚ ਇੱਕ ਬਾਦਲ ਦਲ ਵਾ।
ਜਿਹਦੇ ਤੋਂ ਕੋਈ ਸਿੱਖਾਂ ਦੀ ਸਿਆਸੀ ਧਿਰ ਵਜੋਂ ਮਾਨਤਾ ਮੂਨਤਾ ਨਹੀਂ। ਇਹ ਤਾਂ ਉਹੀ ਸਾਰਾ ਕੁਝ ਕਰਨ ਕਰਾਉਣ ਵਾਲੇ ਨੇ। ਇਹਨਾਂ ਨੇ ਵੀ ਸਿੱਖੀ ਅਤੇ ਸਿੱਖਾਂ ਦੇ ਕਾਤਲਾਂ ਦੇ ਹੱਕ 'ਚ ਹੀ ਖੜਨਾ। ਤੋ ਇਹ ਗੱਲਾਂ ਅੱਜ ਦੀ ਤਰੀਕ ਵਿੱਚ ਲੁਕਾਉਣੀਆਂ ਔਖੀਆਂ ਨੇ। ਐਵੇਂ ਤੁਸੀਂ ਇਹ ਸਮਝਦੇ ਹੋਵੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਮਾਹੌਲ ਸਿਰਜ ਲਾਂਗੇ, IT ਸੈੱਲ ਰਾਹੀਂ ਬਾਦਲਾਂ ਦਾ ਸ਼ੋਸ਼ਣ ਲੈ ਕੇ ਬੰਦ ਕਰਾ ਲਾਂਗੇ ਗੱਲ। ਇਹ ਹੌਲੀ ਸਮਾਂ ਜਿਹੜਾ ਹੈਗਾ ਉਹ ਬਦਲ ਚੁੱਕਿਆ। ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਹਰ ਚੀਜ਼ ਨੰਗੀ ਚਿੱਟੀ ਹੋ ਕੇ ਚੱਲਣੀ ਆ। ਇਸ ਸੱਚਾਈ ਨੂੰ ਮੰਨ ਕੇ ਕਿ ਬੀਤੇ ਦੌਰ ਵਾਂਗ ਅੱਗੇ ਨਹੀਂ ਚੱਲ ਹੋਣਾ, ਫੇਰ ਹੀ ਕੋਈ ਭਲਾ ਹੋ ਸਕਦਾ। ਸੋ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ, ਪ੍ਰਬੱਧ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।